ਸਤਿ ਸ਼੍ਰੀ ਅਕਾਲ ਜੀ। ਤੁਸੀਂ ਵੇਖ ਰਹੇ ਹੋ ਪੰਜਾਬ ਮੇਲ USA TV। ਤੁਹਾਡਾ ਸਾਰਿਆਂ ਦਾ ਸਵਾਗਤ ਪੰਜਾਬ ਚਰਚਾ ਦੇ ਵਿੱਚ। ਮੈਂ ਹਾਂ ਸੰਜੀਵ ਯਸ਼ ਖੰਨਾ। ਐਨਕਾਊਂਟਰ ਹੋਇਆ ਸ਼ੁਭਦੀਪ ਸਿੰਘ ਮੂਸੇਵਾਲਾ ਦੇ ਜੋ ਦੋ ਕਾਤਿਲ ਸ਼ਾਰਪ ਸ਼ੂਟਰਸ ਮਨਪ੍ਰੀਤ ਮਨੂ ਜਗਰੂਪ ਰੂਪਾ। ਪੁਲਿਸ ਨੇ ਐਨਕਾਊਂਟਰ ਕੀਤਾ ਹੈ ਅੰਮ੍ਰਿਤਸਰ ਦੇ ਪਿੰਡ ਪਕਣਾ ਦੇ ਵਿੱਚ। ਕਹਿੰਦੇ ਨੇ ਕਿ ਰਿਪੋਰਟ ਦੇ ਮੁਤਾਬਿਕ ਇਹ ਪਾਕਿਸਤਾਨ ਜਾਣ ਦੀ ਫਿਰਾਕ ਵਿੱਚ ਸੀ, ਪਰ ਟਿਪ ਮਿਲੀ ਤੇ ਫਿਰ ਪੁਲਿਸ ਪਾਰਟੀ ਨੇ ਇਹਨਾਂ ਨੂੰ ਘੇਰਾ ਪਾਇਆ। ਘੇਰਾ ਪਾਉਣ ਤੋਂ ਬਾਅਦ ਇਹਨਾਂ ਨੂੰ ਚੇਤਾਵਨੀ ਦਿੱਤੀ ਗਈ ਕਿ ਸਰੈਂਡਰ ਕਰ ਦੇਣ, ਪਰ ਇਹਨਾਂ ਨੇ ਸਰੈਂਡਰ ਨਾ ਕਰਦੇ ਹੋਏ ਜਵਾਬੀ ਫਾਇਰਿੰਗ ਕਰਨੀ ਸ਼ੁਰੂ ਕਰ ਦਿੱਤੀ। ਸੋ ਹੋਇਆ ਕਿ ਫਿਰ ਪੁਲਿਸ ਨੂੰ ਮਜਬੂਰਨ ਉਹਨਾਂ ਦੇ ਉੱਤੇ ਫਾਇਰ ਕਰਨਾ ਪਿਆ। 900 ਦੇ ਕਰੀਬ ਪੁਲਿਸ ਕਰਮੀ ਉੱਥੇ ਜਮ੍ਹਾਂ ਸੀ, ਜਿਹਦੇ ਵਿੱਚ ਲੇਡੀ ਕਮਾਂਡੋਜ਼ ਵੀ ਮੌਜੂਦ ਸੀ, ਤੇ 700 ਦੇ ਕਰੀਬ ਰਾਉਂਡ ਫਾਇਰ ਹੋਏ ਤੇ ਦੋਵਾਂ ਸ਼ਾਰਪ ਸ਼ੂਟਰਸ ਨੂੰ ਜਾਨੋਂ ਖਤਮ ਕਰ ਦਿੱਤਾ ਗਿਆ। ਸੋ ਕੇਸ ਦੇ ਕਾਫੀ ਦੇਰ ਦਾ ਚੱਲ ਰਿਹਾ ਹੈ। 29 ਮਈ ਨੂੰ ਜਦੋਂ ਸ਼ਾਮ ਨੂੰ ਕਤਲ ਹੁੰਦਾ ਹੈ ਸਿੱਧੂ ਮੂਸੇਵਾਲਾ ਦਾ, ਉਸ ਤੋਂ ਬਾਅਦ ਪੁਲਿਸ ਕਾਫੀ ਕੁਝ ਇਸ ਕੇਸ ਦੇ ਵਿੱਚ ਕਰ ਰਹੀ ਸੀ, ਕਾਫੀ ਡਿਵੈਲਪਮੈਂਟਸ ਹੋ ਰਹੀਆਂ ਸੀ, ਵੱਖ-ਵੱਖ ਪਰਤਾਂ ਖੁੱਲ ਰਹੀਆਂ ਸੀ। ਕੱਲ ਜਾ ਕੇ ਐਨਕਾਊਂਟਰ ਹੋਇਆ ਹੈ। ਹੋਰ ਵੀ ਬਹੁਤ ਪਰਤਾਂ ਖੁੱਲੀਆਂ ਨੇ ਔਰ ਖਾਸ ਕਰਕੇ ਇੱਕ ਨਾਂ ਸਾਹਮਣੇ ਆਂਦਾ ਰਿਹਾ ਲਾਰੈਂਸ ਬਿਸ਼ਨੋਈ ਦਾ। ਸੋ ਕੁੱਲ ਮਿਲਾ ਕੇ ਸਥਿਤੀ ਇਹ ਹੈ ਕਿ ਕੁਝ ਗੁੰਝਲਦਾਰ, ਕੁਝ ਪੇਚੀਦਗੀਆਂ ਇਸ ਮਾਮਲੇ ਦੇ ਵਿੱਚ ਮੌਜੂਦ ਨੇ, ਜਿਨ੍ਹਾਂ ਬਾਰੇ ਅਸੀਂ ਗੱਲਬਾਤ ਕਰਾਂਗੇ। ਪਰ ਇੱਕ ਚੀਜ਼ ਖਾਸ ਪੁਆਇੰਟ ਹੈ ਕਿ ਇਹ ਪ੍ਰੋਬਲਮ ਪੈਦਾ ਕਿਉਂ ਹੁੰਦੀ ਹੈ ਗੈਂਗਸਟਰਵਾਦ ਪੰਜਾਬ ਦੇ ਵਿੱਚ। ਸੋ ਇਸ ਸਬਜੈਕਟ ਦੇ ਉੱਤੇ ਗੱਲ ਕਰਨ ਵਾਸਤੇ ਸਾਡੇ ਨਾਲ ਸਟੂਡੀਓਜ਼ ਦੇ ਵਿੱਚ ਮੌਜੂਦ ਨੇ ਮਿਸਿਸ ਆਸ਼ਿਮਾ ਸਹਾਨੀ ਜੀ, ਪੋਲੀਟੀਕਲ ਐਨਾਲਿਸਟ। ਵੈਲਕਮ ਟੂ ਦ ਸ਼ੋ ਮੈਮ। ਨਮਸਕਾਰ ਜੀ, ਥੈਂਕ ਯੂ। ਪਹਿਲਾਂ ਤਾਂ ਤੁਸੀਂ ਇਹ ਦੱਸੋ ਕਿ ਜੋ ਇਹ ਇਨਸੀਡੈਂਟ ਹੈ, ਕਿਉਂਕਿ ਅਸੀਂ ਸਾਰੇ ਫੋਲੋ ਕਰ ਰਹੇ ਹਾਂ ਇਸ ਨਿਊਜ਼ ਨੂੰ 29 ਮਈ ਤੋਂ ਹੀ, ਇਸ ਇਨਸੀਡੈਂਟ ਨੂੰ ਤੁਸੀਂ ਕਿਸ ਤਰ੍ਹਾਂ, ਕਿਸ ਪੁਆਇੰਟ ਆਫ ਵਿਊ ਨਾਲ ਦੇਖਦੇ ਹੋ? ਉਸ ਤੋਂ ਬਾਅਦ ਅਸੀਂ ਇਸ ਦੇ ਪਿਛੋਕੜ ਵੱਲ ਜਾਵਾਂਗੇ। ਦੇਖੋ, ਤੁਸੀਂ ਅੱਜ ਚਾਹੇ ਗਲੋਬਲ ਲੈਵਲ ਦੀਆਂ ਨਿਊਜ਼ ਲੈ ਲਓ ਜਾਂ ਤੁਸੀਂ ਲੋਕਲ ਲੈਵਲ ਦੀਆਂ ਲੈ ਲਓ, ਤੁਸੀਂ ਰੀਜਨਲ ਲੈ ਲਓ, ਹਰ ਕਿਤੇ ਪੰਜਾਬ ਦੀ ਗੱਲਬਾਤ ਚਰਚਾ 'ਚ ਹੋ ਰਹੀ ਜੀ। ਪੰਜਾਬ ਦਾ ਜਿਹੜਾ ਗੈਂਗਸਟਰ ਵਾਰ ਹੈ ਉਹੀ ਇੱਕ ਕੇਂਦਰ ਬਿੰਦੂ ਬਣਿਆ ਹੋਇਆ ਹੈ ਹਰ ਨਿਊਜ਼ ਚੈਨਲ ਨੂੰ। ਜੀ ਠੀਕ ਹੈ ਜੀ। ਜਦੋਂ ਮੂਸੇਵਾਲੇ ਦੀ ਡੈਥ ਹੁੰਦੀ ਹੈ ਉਦੋਂ ਇਹ ਗੈਂਗਸਟਰ ਥੋੜਾ ਜਿਹਾ ਇਹਦੇ ਤੇ ਹਾਈਲਾਈਟ ਹੁੰਦਾ ਹੈ, ਲੇਕਿਨ ਇਸ ਇਨਸੀਡੈਂਟ ਤੋਂ ਬਾਅਦ ਤਾਂ ਹੋਰ ਜ਼ਿਆਦਾ, ਬਹੁਤ ਜ਼ਿਆਦਾ ਹੀ ਹਾਈਲਾਈਟ ਹੋ ਚੁੱਕਾ ਹੋਇਆ ਹੈ ਜੀ। ਹਰ ਸ਼ਖਸ ਜਿਹੜੀ ਮਰਜ਼ੀ ਉਮਰ ਦਾ ਹੋਵੇ ਉਹ ਇਹੀ ਜਾਣਨ ਦੀ ਕੋਸ਼ਿਸ਼ ਗੱਲ ਕਰ ਰਿਹਾ ਹੈ ਕਿ ਆਫਟਰ ਆਲ ਇਹਦੇ ਪਿੱਛੇ ਸਮੱਸਿਆ ਕੀ ਹੈ, ਕੀ ਕਹਾਣੀ ਹੈ, ਕਿਉਂ ਪੰਜਾਬ 'ਚ ਗੁਰੂਆਂ ਦੀ ਧਰਤੀ ਹੈ ਔਰ ਇਹ ਚੀਜ਼ ਸਭ ਵਾਪਰ ਰਿਹਾ ਹੈ, ਇਹਦੇ ਪਿੱਛੇ ਰੀਜ਼ਨ ਕੀ ਹੈ। ਔਰ ਇਹ ਬੜੀ ਹੀ ਦੁੱਖ ਦੀ ਗੱਲ ਹੈ ਕਿ ਕੁਛ ਅਖਬਾਰਾਂ ਜਾਂ ਮੈਗਜ਼ੀਨਸ ਕਹਿ ਰਹੀਆਂ ਨੇ ਜੀ 700 ਗੈਂਗਸ ਹੈ, ਕੋਈ ਕਹਿ ਰਿਹਾ 600 ਹੈ, ਕੋਈ ਕਹਿ ਰਿਹਾ 50 ਹੈ, ਕੋਈ ਕਹਿ ਰਿਹਾ 7 ਹੈ। ਤੇ ਜਿੱਦਾਂ ਉੱਡਦਾ ਪੰਜਾਬ ਦੀ ਫਿਲਮ ਬਣੀ ਸੀਗੀ ਡਰੱਗਸ ਨੂੰ ਲੈ ਕਰਕੇ, ਪੰਜਾਬ ਦੀ ਛਵੀ ਬਹੁਤ ਖਰਾਬ ਹੋਈ ਸੀਗੀ। ਬੀਇੰਗ ਪੰਜਾਬਨ, ਮੈਨੂੰ ਇਹ ਡਰ ਲੱਗਦਾ ਹੈ ਕਿ ਕਿਤੇ ਕੋਈ ਸਾਜ਼ਿਸ਼ ਤਾਂ ਨਹੀਂ ਹੈ ਪੰਜਾਬ ਦੀ ਇਮੇਜ ਨੂੰ ਖਰਾਬ ਕਰਨ ਦੀ ਇੱਕ ਵਾਰੀ ਫੇਰ। ਪਹਿਲੀ ਗੱਲ ਤਾਂ ਇਹ ਜੀ। ਦੂਸਰੀ ਗੱਲ, ਅਸੀਂ ਇਸ ਚੀਜ਼ ਨੂੰ ਸਾਨੂੰ ਮੰਨਣਾ ਹੀ ਪਏਗਾ ਕਿ ਗੈਂਗਸਟਰ ਦੀ ਪ੍ਰੋਬਲਮ ਤਾਂ ਹੈ, ਉਹ ਕਿਸ ਪੱਧਰ ਦੇ ਹੈ, ਕਿਸ ਲੈਵਲ ਦੀ ਹੈ, ਉਹ ਇੱਕ ਰਿਸਰਚ ਦਾ ਵਿਸ਼ੇ ਹੈ। ਲੇਕਿਨ ਇੱਕ ਗੈਂਗਸਟਰ ਦੇ ਸਮੱਸਿਆ ਦੇ ਥਰੂ ਇਹ ਰੋਟੀਆਂ ਕੌਣ ਸੇਕ ਰਿਹਾ ਹੈ? ਕੀ ਪੋਲੀਟੀਸ਼ੀਅਨ ਸੇਕ ਰਹੇ ਨੇ, ਜਾਂ ਅਨਐਮਪਲੋਇਡ ਯੂਥ ਹੈ, ਜਾਂ ਫਿਰ ਇਹਦੇ ਪਿੱਛੇ ਕੋਈ ਵਿਦੇਸ਼ੀ ਤਾਕਤ ਹੈ, ਜਾਂ ਫਿਰ ਇਹਦੇ ਪਿੱਛੇ ਜਿਹੜੇ ਹਥਿਆਰ ਸਮਗਲ ਕਰਦੇ ਆ ਉਹਨਾਂ ਦਾ ਹੱਥ ਹੈ? ਇਹ ਕੋਈ ਛੋਟਾ ਜਿਹਾ ਵਿਸ਼ੇ ਨਹੀਂ ਹੈ। ਅਸੀਂ ਜੇ ਕਹਿ ਦਈਏ ਜੀ ਗੈਂਗਸਟਰ ਵਾਰ ਚੱਲ ਰਿਹਾ ਹੈ, ਇੱਦਾਂ ਹੋ ਰਿਹਾ ਹੈ, ਔਰ ਅਸੀਂ 2-3 ਦਿਨ ਗੱਲਬਾਤ ਕਰਕੇ ਤੇ ਮੁਕਾ ਦਈਏ ਗੱਲ ਨੂੰ, ਇੱਦਾਂ ਗੱਲ ਨਹੀਂ ਬਣਨੀ। ਇਹ ਇੱਕ ਬਹੁਤ ਹੀ ਸੀਰੀਅਸ ਇਸ਼ੂ ਹੈ ਜਿਹਨੂੰ ਡਿਫਰੈਂਟ ਡਾਇਮੈਂਸ਼ਨਸ ਤੋਂ ਸਾਨੂੰ ਐਨਾਲਾਈਜ਼ ਕਰਨਾ ਪਵੇਗਾ। ਬਿਲਕੁਲ। ਜਦੋਂ ਅਸੀਂ ਇਹਨੂੰ ਐਨਾਲਾਈਜ਼ ਕਰਨ ਦੀ ਕੋਸ਼ਿਸ਼ ਕੀਤੀ ਤੇ ਗੋਲਡੀ ਬਰਾੜ ਤੱਕ ਵੀ ਗੱਲਾਂ ਪਹੁੰਚੀਆਂ ਕਿ ਕੈਨੇਡਾ ਦੇ ਵਿੱਚ ਬੈਠੇ ਨੇ, ਵਿਦੇਸ਼ਾਂ ਤੱਕ ਇਹਦੀਆਂ ਤਾਰਾਂ ਜਾਣ ਦੀ ਸਾਨੂੰ ਇੱਕ ਸੰਕੇਤ, ਇੱਕ ਦਿਸ਼ਾ ਮਿਲਦੀ ਆ। ਪਰ ਤੁਸੀਂ ਬਿਲਕੁਲ ਠੀਕ ਕਿਹਾ ਕਿ ਅਸੀਂ ਇਸ ਗੱਲ ਦੇ ਉੱਤੇ ਜਦੋਂ ਸੀਰੀਅਸਲੀ ਗੱਲ ਕਰਦੇ ਹਾਂ ਤੇ ਸਿੱਧੂ ਮੂਸੇਵਾਲਾ ਇੱਕ ਚੈਪਟਰ ਹੈ। ਮੰਨ ਲਓ ਇਹ ਕੇਸ ਸੋਲਵ ਹੋ ਗਿਆ, ਇੱਕ ਚੈਪਟਰ ਕਲੋਜ਼ ਹੋ ਜਾਂਦਾ, ਬਟ ਪ੍ਰੋਬਲਮ ਇਜ਼ ਸਟਿਲ ਦੇਅਰ। ਪ੍ਰੋਬਲਮ ਨੂੰ ਸੋਲਵ ਕਰਨਾ ਹੈ। ਔਰ ਜੋ ਆਮ ਆਦਮੀ ਪਾਰਟੀ ਹੈ, ਆਪ ਦੀ ਸਰਕਾਰ ਦੇ ਜੋ ਗੁਰਮੀਤ ਸਿੰਘ ਹੇਅਰ ਨੇ, ਉਹਨਾਂ ਨੇ ਵੀ ਪ੍ਰੈਸ ਕਾਨਫਰੰਸ ਕੀਤੀ ਆ। ਉਹਨਾਂ ਨੇ ਵੀ ਇਹ ਸੰਕੇਤ ਦਿੱਤੇ ਨੇ ਕਿ ਸਾਡੀ ਸਰਕਾਰ ਬਿਲਕੁਲ ਪੱਕੀ ਹੈ ਇਸ ਗੱਲ ਦੇ ਉੱਤੇ ਕਿ ਅਸੀਂ ਇਸ ਸਮੱਸਿਆ ਨੂੰ ਹੱਲ ਕਰਨਾ। ਔਰ ਇਹ ਵੀ ਕਹਿੰਦੇ ਨੇ ਕਿ ਜੋ ਮੁੰਡੇ ਵਾਪਸ ਅਸੀਂ ਲੈ ਕੇ ਆ ਸਕਦੇ ਹਾਂ ਮੇਨ ਸਟ੍ਰੀਮ ਦੇ ਵਿੱਚ, ਲਾਈਫ ਦੇ ਵਿੱਚ, ਉਹਨੂੰ ਜ਼ਰੂਰ ਲੈ ਕੇ ਆਵਾਂਗੇ, ਪਰ ਜੋ ਲੋਕ ਬਹੁਤ ਦੂਰ ਨਿਕਲ ਚੁੱਕੇ ਨੇ ਉਹ ਫਿਰ ਕਾਨੂੰਨ ਦੇਖੇਗਾ ਕਿ ਉਹਨਾਂ ਦੀ ਕੀ ਸਜ਼ਾ ਬਣਦੀ ਹੈ।
ਪਰ ਜੋ ਵੀ ਇਸ ਰਸਤੇ ਤੇ ਤੁਰਦੇ ਪਏ ਨੇ ਉਹਨਾਂ ਨੂੰ ਆਪਣੇ ਮਾਂ-ਬਾਪ ਬਾਰੇ ਸੋਚਣਾ ਚਾਹੀਦਾ, ਆਪਣੇ ਪਰਿਵਾਰਾਂ ਬਾਰੇ ਸੋਚਣਾ ਚਾਹੀਦਾ ਹੈ, ਆਪਣੀ ਜ਼ਿੰਦਗੀ ਬਾਰੇ ਸੋਚਣਾ ਚਾਹੀਦਾ ਹੈ। ਉਹਨਾਂ ਨੂੰ ਇਹ ਸੋਚਣਾ ਚਾਹੀਦਾ ਕਿ ਸਰਕਾਰ ਇਸ ਵਕਤ ਬੜੇ ਸਖਤ ਰਵੱਈਏ ਦੇ ਵਿੱਚ ਹੈ ਤੇ ਉਹਨਾਂ ਦਾ ਬਿਲਕੁਲ ਕੋਈ ਲਿਹਾਜ਼ ਨਹੀਂ ਕੀਤਾ ਜਾਏਗਾ। ਸੋ ਇਸ ਪ੍ਰੈਸ ਕਾਨਫਰੰਸ ਨੂੰ ਔਰ ਗੁਰਮੀਤ ਸਿੰਘ ਹੇਅਰ ਦੇ ਜੋ ਇਹ ਬਿਆਨ ਨੇ, ਇਸ ਨੂੰ ਤੁਸੀਂ ਕਿਸ ਤਰ੍ਹਾਂ ਦੇਖਦੇ ਹੋ, ਮਾਨ ਸਰਕਾਰ ਦੀ ਅਪਰੋਚ ਨੂੰ? ਸਰ ਇਸ ਤਰ੍ਹਾਂ ਹੈ ਕਿ ਮਾਨ ਸਰ ਜੋ ਵੀ ਕਰ ਰਹੇ ਬਹੁਤ ਵਧੀਆ ਕਰ ਰਹੇ, ਉਹਨਾਂ ਨੂੰ ਕਰਨਾ ਵੀ ਚਾਹੀਦਾ ਹੈ, ਬਿਲਕੁਲ ਠੀਕ ਕਰ ਰਹੇ, ਕਰਨਾ ਪੈਣਾ ਹੈ। ਪੰਜਾਬ ਦੀ ਜਨਤਾ ਨੇ ਉਹਨਾਂ ਤੇ ਵਿਸ਼ਵਾਸ ਕੀਤਾ ਹੈ, ਲੇਕਿਨ ਗੱਲ ਇੱਥੇ ਨਹੀਂ ਮੁੱਕ ਜਾਂਦੀ। ਹਾਂਜੀ, ਬਹੁਤ ਸਾਨੂੰ ਡਿਟੇਲਡ ਲੰਬੇ ਕਦਮ ਸਾਨੂੰ ਚੁੱਕਣੇ ਪੈਣਗੇ। ਸਾਨੂੰ ਸੋਸ਼ਲ ਸਾਇੰਟਿਸਟ ਲੈਵਲ ਤੇ ਵੀ ਇਨਵੈਸਟੀਗੇਸ਼ਨ ਕਰਨੀ ਪਏਗੀ, ਸਾਨੂੰ ਪਰਿਵਾਰਿਕ ਲੈਵਲ ਤੇ ਵੀ ਕਰਨੀ ਪਏਗੀ। ਸਾਨੂੰ ਆਈ ਬੀਇੰਗ ਐਨ ਐਕੈਡਮਿਸ਼ੀਅਨ ਉਸ ਲੈਵਲ ਤੇ ਵੀ ਮੈਨੂੰ ਸੋਚਣਾ ਪਏਗਾ ਕਿ ਆਫਟਰ ਆਲ ਜਿਹੜਾ ਗੈਂਗਸਟਰ ਦਾ ਬਰੀਡਿੰਗ ਗਰਾਊਂਡ ਕਿਹੜਾ ਹੈ, ਕਿਉਂ ਗੈਂਗਸਟਰ ਬਰੀਡ ਕਰ ਰਿਹਾ ਹੈ, ਐਂਡ ਵਿਚ ਇਜ਼ ਦੀ ਬਰੀਡਿੰਗ ਪੋਸੀਬਲ पोटेंशियल ब्रीडिंग ग्राउंड्स। सानू पहले तो इत्थे तक जाना पेगा। अगर वो काबू कर रहे हैं हालातां नूं, या जेड़े भी दोषी है अगर उन्होंने पकड़िया जा रहा, बहुत वधिया, अच्छी गल है, कानून बने ही इस करके, और ये उन्हां दा ये फर्ज है, ये कोई बहुत एहसान नहीं कर रहे, राइट। लेकिन मैं अगर पंजाबी सोसाइटी नूं बिलोंग करदी हां तां मेरा की फर्ज है? ਅੱਜ ਲੋੜ ਹੈ ਹਰ ਪੰਜਾਬੀ ਨੂੰ ਆਪਣੇ ਅੰਦਰ ਝਾਂਕਣ ਦੀ ਕਿ ਉਹ ਕਿਸ ਤਰ੍ਹਾਂ ਕੰਟਰੀਬਿਊਟ ਕਰ ਸਕਦਾ ਹੈ ਇਸ ਸਮੱਸਿਆ ਨੂੰ, ਇਸ ਸਮੱਸਿਆ ਦਾ ਨਿਪਟਾਰਾ ਕਰਨ ਲਈ। ਰਾਈਟ ਮੈਮ, ਰਾਈਟ। ਕੱਲ 6 ਘੰਟੇ ਦਾ ਐਨਕਾਊਂਟਰ, 6 ਘੰਟੇ ਦੀ ਮਿਹਨਤ ਮੁਸ਼ੱਕਤ ਤੋਂ ਬਾਅਦ ਕੱਲ ਐਨਕਾਊਂਟਰ ਕੰਪਲੀਟ ਹੁੰਦਾ ਹੈ। ਚਲੋ ਹੁਣ ਤੁਹਾਡੇ ਐਂਗਲ ਤੋਂ ਆਪਾਂ ਚੱਲਦੇ ਹਾਂ, ਇਹਨੂੰ ਸਟਾਰਟ ਕਰਦੇ ਹਾਂ ਅਸੀਂ ਸਟੂਡੈਂਟ ਪੋਲਿਟਿਕਸ ਜੋ ਕਾਲਜ ਦੇ ਵਿੱਚ ਹੁੰਦਾ ਹੈ। ਔਰ ਉੱਥੇ ਇੱਕ ਆਮ ਚੀਜ਼ ਹੈ, ਸਕੂਲ ਦੇ ਵਿੱਚ ਵੀ ਇਲੈਕਸ਼ਨਸ ਹੁੰਦੀਆਂ ਨੇ ਕਿ ਬੱਚੇ ਦੇ ਅੰਦਰ ਲੀਡਰਸ਼ਿਪ ਕੁਆਲਿਟੀ ਭਰੀ ਜਾਵੇ, ਉਹਨਾਂ ਨੂੰ ਸ਼ੁਰੂ ਤੋਂ ਸਿਖਾਇਆ ਜਾਵੇ ਲੀਡਰਸ਼ਿਪ ਕੀ ਹੁੰਦੀ ਆ। ਸੋ ਕਿਉਂਕਿ ਲੀਡਰਸ਼ਿਪ ਉਹਨਾਂ ਨੂੰ ਹਰ ਫੀਲਡ ਦੇ ਵਿੱਚ ਕੰਮ ਆਏਗੀ, ਕਿਉਂਕਿ ਉਹ ਜਦੋਂ ਕੈਰੀਅਰ ਆਪਣਾ ਆਪਸ਼ਨ ਕਰਨਗੇ ਉਸ ਤੋਂ ਬਾਅਦ ਇੱਕ ਵਧੀਆ ਜ਼ਿੰਦਗੀ ਜਿਉਣਾ ਚਾਹੁੰਦੇ ਨੇ ਤਾਂ ਲੀਡਰਸ਼ਿਪ ਕੁਆਲਿਟੀਜ਼ ਮਸਟ ਨੇ। ਇਹੀ ਅਸੀਂ ਕਹਿੰਦੇ ਹਾਂ ਕਿ ਸ਼ਖਸੀਅਤ ਦਾ ਵਿਕਾਸ ਹੈ, ਪਰਸਨੈਲਿਟੀ ਡਿਵੈਲਪਮੈਂਟ ਹੈ। ਸੋ ਸੇਮ ਚੀਜ਼ ਕਾਲਜ 'ਚ ਹੁੰਦੀ ਹੈ, ਜੋ ਮੈਂ ਪਹਿਲਾਂ ਜ਼ਿਕਰ ਕੀਤਾ ਕਿ ਸਟੂਡੈਂਟ ਪੋਲਿਟਿਕਸ ਇੱਕ ਚੰਗੀ ਰਿਵਾਇਤ ਹੈ, ਚੰਗੀ ਸੋਚ ਨਾਲ ਕਿ ਇੱਕ ਲੀਡਰ ਪੈਦਾ ਕਰਨਾ ਹੈ ਦੇਸ਼ ਦੇ ਵਿੱਚ, ਸਮਾਜ ਦੇ ਵਿੱਚ, ਜੋ ਸਮਾਜ ਨੂੰ ਇੱਕ ਦਿਸ਼ਾ ਦੇ ਸਕੇ। ਇਹਦੇ ਵਿੱਚ ਕਿਹੜੀ ਕਮਜ਼ੋਰੀ ਰਹਿ ਜਾਂਦੀ ਹੈ ਜਿੱਥੋਂ ਇਹ ਸ਼ੁਰੂਆਤ ਹੁੰਦੀ ਹੈ? ਕਿਉਂਕਿ ਅਸੀਂ ਦੇਖਦੇ ਹਾਂ ਕਿ ਜਿੰਨੇ ਗੈਂਗਸਟਰਸ ਨੇ ਉਹ ਸਟੂਡੈਂਟ ਪੋਲਿਟਿਕਸ ਦੇ ਵਿੱਚੋਂ ਨਿਕਲੇ ਹੋਏ ਮੁੰਡੇ ਨੇ। ਸਰ ਮੈਂ ਨਾ ਛੋਟਾ ਜਿਹਾ ਐਗਜ਼ਾਮਪਲ ਕੋਟ ਕਰਨਾ ਚਾਹੂੰਗੀ। ਮੈਂ ਜਲੰਧਰ ਨੂੰ ਬਿਲੋਂਗ ਕਰਦੀ ਹਾਂ। ਜਲੰਧਰ ਇਜ਼ ਦੀ ਹਬ ਆਫ ਐਜੂਕੇਸ਼ਨਲ ਇੰਸਟੀਟਿਊਸ਼ਨਸ। ਹਾਂਜੀ। 15 दिन पहले इत्थे एक बड़ी बड़ी यूनिवर्सिटी है, काफ़ी ग्लोबल लेवल पे फेमस है, वो कुछ स्टूडेंट तीन यार दोस्त सी आपस में, वो खाना खान जाते हैं और किसी पोलिटिकल डिबेट च पै जाते हैं, और अच्छे गुड फ्रेंड्स, और वो इन्ना ही कोरोना च इंटॉलरेंस आ जाती कि एक बच्चा वो एक सिंपल जी नाइफ पाई है तो मतलब मारो मार इन्नी हो जाती कि एक बच्चे की थां ते मौत हो जाती। ओहो। And this is the rare incident which has happened 15 years back। ਤੇ ਜਿਹੜੇ ਸਾਡੇ ਪੁਲਿਸ ਕਮਿਸ਼ਨਰ ਆਫ ਪੁਲਿਸ ਹੈ ਜਲੰਧਰ ਦੇ, ਉਹਨਾਂ ਨੇ ਸਾਰੇ ਅਦਾਰਿਆਂ ਨੂੰ ਬੁਲਾਇਆ ਔਰ ਅਸੀਂ ਇਸ ਸਮੱਸਿਆ ਦੇ ਬਾਰੇ ਗੱਲਬਾਤ ਕੀਤੀ। ਹੁਣ ਗੈਂਗਸਟਰ ਕਿੱਦਾਂ ਪੈਦਾ ਹੁੰਦਾ ਹੈ? ਜਿਹੜੀ ਸਟੂਡੈਂਟ ਪੋਲਿਟਿਕਸ ਹੈ ਉਹ ਤਾਂ ਇੱਕ ਸਟਰਕਚਰਡ ਮਤਲਬ ਚੀਜ਼ ਹੋਗੀ ਨਾ, ਜੋ ਗੈਂਗਸਟਰ ਵੱਲ ਲੈ ਕੇ ਜਾ ਸਕਦੀ ਹੈ, ਜਾਂ ਪ੍ਰੋਬੇਬਿਲਿਟੀ ਹੋ ਵੀ ਸਕਦੀ ਹੈ, ਨਹੀਂ ਵੀ ਹੋ ਸਕਦੀ ਹੈ। ਬਟ ਹੁਣ ਜਿਹੜਾ ਇੱਥੋਂ ਮਾਰਾ ਮਾਰੀ ਆ ਗਈ, ਯੂਥ ਨੇ ਮਾਰ ਦਿੱਤਾ, ਹੁਣ ਜਦੋਂ ਉਹਦੇ ਹੱਥੋਂ ਇੱਕ ਕਤਲ ਹੋ ਗਿਆ, ਠੀਕ ਹੈ ਜੀ, ਉਹਦਾ ਡਰ ਡਰ ਸਾਰਾ ਖਤਮ ਹੋ ਗਿਆ। देयर इज एवरी पॉसिबिलिटी कि ਹੁਣ ਦੂਸਰਾ ਕਤਲ ਕਰਨ ਵਾਲੇ ਉਹਨੂੰ ਫਿਕਰ ਨਹੀਂ ਹੋਏਗੀ, ਔਰ ਗੈਂਗਸਟਰ ਦਾ ਜਨਮ ਇਦਾਂ ਵੀ ਹੁੰਦਾ ਜੀ। ਤੇ ਜਿੱਥੇ ਤੱਕ ਬੀਇੰਗ ਫਰਮ ਐਜੂਕੇਸ਼ਨਲ ਇੰਸਟੀਟਿਊਸ਼ਨ, ਆਈ ਵੁੱਡ ਲਾਈਕ ਟੂ ਸੇ ਕਿ ਜਿਹੜੇ ਬੱਚੇ ਸਾਡੇ ਕੋਲ ਪੜ੍ਹਨ ਆਉਂਦੇ ਆ, ਸਭ ਤੋਂ ਪਹਿਲੇ ਅਸੀਂ ਉਹਨਾਂ 'ਚ ਜਿਹੜੀ ਟੋਲਰੈਂਸ ਹੈ, ਇੱਕ ਦੂਜੇ ਦੀ ਐਕਸੈਪਟੈਂਸ ਹੈ ਨਾ, ਜਿਹੜੀ ਗਰਾਊਂਡ ਲੈਵਲ ਤੇ ਜੋ ਸਾਡੇ ਗੁਰੂ ਸਾਹਿਬਾਨ ਸਾਨੂੰ ਵਿਰਾਸਤ 'ਚ ਦੇ ਕੇ ਗਏ ਹੈ, ਉਹ ਉਸਦਾ ਅਸੀਂ ਇਸਤੇਮਾਲ ਨਹੀਂ ਕਰ ਰਹੇ ਹਾਂ। ਅਸੀਂ ਸਿਰਫ ਮਨੀ ਮੇਕਿੰਗ ਪਿੱਛੇ ਲੱਗੇ ਹੋਏ ਹਾਂ। ਅਗਰ ਜੇ ਅਸੀਂ ਹਰ ਚੀਜ਼ ਨੂੰ ਓਵਰ ਪੋਲਿਟਿਸਾਈਜ਼ ਵੀ ਕਰੀ ਜਾਵਾਂਗੇ ਕਿ ਜੀ ਦਿਸ ਇਜ਼ ਠੀਕ ਹੈ, ਪੋਲਿਟਿਕਸ ਤਾਂ ਹਰ ਜਗ੍ਹਾ ਹੁੰਦੀ ਹੈ, ਇਹ ਗੈਂਗਸਟਰ ਦੀ ਮੇਕਿੰਗ 'ਚ ਕਿਤੇ ਨਾ ਕਿਤੇ ਪੋਲੀਟੀਸ਼ੀਅਨ ਵੀ ਬਹੁਤ ਵੱਡਾ ਰੋਲ ਪਲੇ ਕਰਦੇ, ਤੋਂ ਅਸੀਂ ਮਨਾ ਨਹੀਂ ਕਰ ਸਕਦੇ ਜੀ, ਨਾ। ਲੇਕਿਨ ਜਿਹੜਾ ਇੱਕ ਸੋਸ਼ਲ ਮੀਡੀਆ ਹੈ, ਜਿਹੜੀ ਇੱਕ ਨਵਾਂ ਟੂਲ ਸਾਡੇ ਹੱਥ 'ਚ ਆ ਗਿਆ ਹੋਇਆ ਹੈ,
ਔਰ ਜਿਹੜਾ ਅਸੀਂ ਸੋਚਦੇ ਹਾਂ ਸ਼ਾਇਦ ਕਿ ਸੋਸ਼ਲ ਮੀਡੀਆ 'ਚ ਅਸੀਂ ਕਿਸੇ ਨੂੰ ਮਾਰ ਕੇ ਆਪਣੀ ਫੋਟੋ ਅਪਲੋਡ ਕਰਕੇ ਜਿਹੜੀ ਉਹ ਸ਼ਾਨੋ ਸ਼ੌਕਤ ਸਮਝ ਰਹੇ ਹਾਂ, ਇਹ ਜਿਹੜਾ ਇੱਕ ਬਦਲਦਾ ਹੋਇਆ ਕਲਚਰ ਹੈ, ਮੈਨੂੰ ਲੱਗਦਾ ਹੈ ਕਿ ਜਿਹੜੇ ਸੋਸ਼ੀਓਲੋਜਿਸਟ ਹੈ ਜਾਂ ਸਾਈਕੋਲੋਜਿਸਟ ਹੈ ਜਾਂ ਮਨੋਵਿਗਿਆਨੀ ਹੈ, ਉਹਨਾਂ ਨੂੰ ਇਸ ਚੀਜ਼ ਦੇ ਉੱਪਰ ਬੜੀ ਡੀਪ ਰਿਸਰਚ ਕਰਨੀ ਪੈਣੀ ਤੇ ਪੋਲੀਟੀਸ਼ੀਅਨ ਨੂੰ ਵੀ ਇੱਕ ਬੜਾ ਹੀ ਤਗੜਾ ਸੁਨੇਹਾ ਦੇਣਾ ਪੈਣਾ ਹੈ ਕਿ ਹੁਣ ਇਹ ਨਹੀਂ ਚੱਲੇਗਾ, ਹੁਣ ਪੰਜਾਬ ਇਹ ਟੋਲਰੇਟ ਨਹੀਂ ਕਰੇਗਾ। ਦੇਖੋ ਮਾਹਿਰ ਇਹ ਮੰਨਦੇ ਨੇ ਕਿ ਜਦੋਂ ਸਟੂਡੈਂਟ ਪੋਲਿਟਿਕਸ ਸ਼ੁਰੂ ਹੁੰਦਾ ਹੈ ਤੇ ਉੱਥੇ ਕਈ ਪੋਲੀਟੀਸ਼ੀਅਨਸ ਉਹਨਾਂ ਸਟੂਡੈਂਟਸ ਨੂੰ ਸਪੋਰਟ ਕਰਦੇ ਨੇ, ਸੋ ਉਹਨਾਂ ਨੂੰ ਅੱਗੇ ਵੀ ਵਧਾਉਂਦੇ ਨੇ ਔਰ ਉਸ ਉਮਰ ਦੇ ਵਿੱਚ ਲਾਈਮਲਾਈਟ ਦੇ ਵਿੱਚ ਆਉਣਾ ਬਹੁਤ ਚੰਗਾ ਲੱਗਦਾ ਸਟੂਡੈਂਟਸ ਨੂੰ। ਫਿਰ ਹੌਲੀ ਹੌਲੀ ਜਿਵੇਂ ਤੁਸੀਂ ਕਿਹਾ ਕਿ ਕੋਈ ਕ੍ਰਾਈਮ ਹੋ ਗਿਆ, ਹੋ ਸਕਦਾ ਉਹਨਾਂ ਦੇ ਹੱਥੋਂ ਵੀ ਕੁਝ ਅਜਿਹਾ ਹੋ ਜਾਂਦਾ ਕਿਉਂਕਿ ਉਹਨਾਂ ਨੂੰ ਪੋਲੀਟੀਕਲ ਸ਼ੈ ਮਿਲ ਗਈ, ਉਹਨਾਂ ਨੂੰ ਇਹ ਵਿਸ਼ਵਾਸ ਹੋ ਜਾਂਦਾ ਕਿ ਫਲਾਣਾ ਪੋਲੀਟੀਸ਼ੀਅਨ ਮੇਰੀ ਪਿੱਠ ਤੇ ਹੈ, ਮੇਰੇ ਪਿੱਛੇ ਹੈ, ਹੁਣ ਮੈਂ ਅੱਗੇ ਵੱਧ ਸਕਦਾ। ਉਹਦੇ ਹੌਸਲੇ ਬੁਲੰਦ ਹੋ ਜਾਂਦੇ ਨੇ, ਉਹ ਪੂਰੀ ਪਰਵਾਜ਼ ਲੈਣਾ ਸ਼ੁਰੂ ਕਰਦਾ ਹੈ ਔਰ ਕਈ ਵਾਰ ਅਜਿਹੀਆਂ ਗਲਤੀਆਂ ਕਰ ਬੈਠਦਾ ਹੈ ਕਿ ਜੋ ਉਹਦੀਆਂ ਕਮਜ਼ੋਰੀਆਂ ਬਣ ਜਾਂਦੀਆਂ ਨੇ, ਫਿਰ ਉਹ ਪੋਲੀਟੀਸ਼ੀਅਨ ਉਹਨੂੰ ਆਪਣੀ ਗ੍ਰਿਪ ਵਿੱਚ ਲੈ ਲੈਂਦਾ ਉਹਨਾਂ ਦੀਆਂ ਕਮਜ਼ੋਰੀਆਂ ਕਰਕੇ, ਫਿਰ ਉਸ ਨੂੰ ਆਪਣੇ ਮਕਸਦ ਲਈ ਇਸਤੇਮਾਲ ਕਰਦਾ ਹੈ। ਇਜ਼ ਇਟ ਰਾਈਟ ਮੈਮ? It's 100% right, sir. Apparently, ਜੋ ਤੁਸੀਂ ਕਿਹਾ ਹੈ ਬਿਲਕੁਲ ਇਹੀ ਪੈਟਰਨ ਫੋਲੋ ਕੀਤਾ ਜਾਂਦਾ ਹੈ ਜੀ। ਲੇਕਿਨ ਕਈ ਵਾਰ ਕੀ ਹੁੰਦੀ, ਮਾੜੀ ਕਿਸਮਤ ਉਦੋਂ ਹੁੰਦੀ ਹੈ ਜਦੋਂ ਇਸ ਪੈਟਰਨ ਨੂੰ ਸਪੋਰਟ ਕਰਨ ਵਾਲੀ ਜਿਹੜੀਆਂ ਚੀਜ਼ਾਂ ਹੁੰਦੀਆਂ ਉਹ ਵੀ ਜ਼ਿਆਦਾ ਅੱਗੇ ਵਧ ਜਾਂਦੀਆਂ। ਸਪੋਰਟ ਮਤਲਬ ਜਦੋਂ ਤੁਹਾਨੂੰ ਫੈਮਿਲੀ, ਇੱਕ ਅੱਛੀ ਫੈਮਿਲੀ ਬੈਕਗ੍ਰਾਉਂਡ ਨਹੀਂ ਮਿਲਦਾ, ਜਾਂ ਤੁਸੀਂ ਇਕਨੋਮਿਕਲੀ ਬਹੁਤ ਜ਼ਿਆਦਾ ਜਾਂ ਤਾਂ ਐਫਲੂਐਂਟ ਹੋ ਜਾਂ ਤੁਸੀਂ you are not even able to meet your basic necessities, ਠੀਕ ਹੈ, ਇਹ ਵੀ ਇੱਕ ਰੀਜ਼ਨ ਹੁੰਦਾ ਹੈ। ਜਾਂ ਫਿਰ ਤੁਹਾਡੇ ਹੋਰ ਸਾਈਕੋਲੋਜੀਕਲ ਇਸ਼ੂਜ਼ ਇੰਨੇ ਹੁੰਦੇ ਆ। ਹੁਣ ਤੁਸੀਂ ਦੇਖੋ ਨਾ, ਫੋਰਨ ਅਗਰ ਅਸੀਂ ਅਬਰੋਡ ਕੰਟਰੀਜ਼ ਨਾਲ ਕੰਪੈਰੀਜ਼ਨ ਕਰੀਏ, ਉੱਥੇ ਜਿਹੜੀ ਮਾਸ ਕਿਲਿੰਗ ਹੈ, ਰਾਈਟ, ਇੱਥੇ ਗੈਂਗਸਟਰ ਇਜ਼ ਟੋਟਲੀ ਡਿਫਰੈਂਟ ਟੌਪਿਕ, ਆਈ ਨੋ ਦੈਟ, ਬਟ ਉਹ ਸਾਈਕੋਲੋਜੀਕਲ ਇਸ਼ੂਜ਼ ਨਾਲ ਕਰਦੇ ਆ। ਤੇ ਇੱਥੇ ਵੀ ਪੋਲੀਟੀਸ਼ੀਅਨਸ ਤਾਂ ਹੈ ਹੀ ਹੈ, ਬਟ ਬਿਕੋਜ਼ ਆਫ ਦ ਪ੍ਰੈਜ਼ੈਂਸ ਆਫ ਸੋਸ਼ੀਓਲੋਜੀਕਲ ਐਂਡ ਸਾਈਕੋਲੋਜੀਕਲ ਰੀਜ਼ਨਸ ਪੋਲੀਟੀਸ਼ੀਅਨ ਐਨਕੈਸ਼ ਕਰਦੇ ਅੱਜ ਦੇ ਯੂਥ ਜੀ, ਉਹ ਅੱਜ ਦੇ ਯੂਥ ਨੂੰ ਐਨਕੈਸ਼ ਕਰਦੇ ਔਰ ਉਹਨੂੰ ਈਜ਼ੀ ਟਾਰਗੇਟ ਬਣਾਉਂਦੇ ਜੀ। ਸੋ ਉਸ ਤੋਂ ਬਾਅਦ ਉਹਨਾਂ ਨੂੰ ਹਰ ਤਰ੍ਹਾਂ ਦੀ ਸਪੋਰਟ ਮਿਲਦੀ ਹੈ, ਫਾਈਨੈਂਸ਼ੀਅਲ ਸਪੋਰਟ ਮਿਲਦੀ ਹੈ, ਹੋਰ ਵੀ ਕੁਝ ਚਾਹੀਦਾ ਹੁੰਦਾ ਹੈ ਉਹ ਵੀ ਉਹਨਾਂ ਨੂੰ ਸਪੋਰਟ ਕੀਤਾ ਜਾਂਦਾ। ਫਿਰ ਉਹ ਹੌਲੀ ਹੌਲੀ ਉਹਨਾਂ ਦੀ ਪਾਰਟੀ ਦੇ ਵਰਕਰ ਬਣ ਜਾਂਦੇ ਨੇ। ਇਲੈਕਸ਼ਨਸ ਦੇ ਵਿੱਚ ਇਸਤੇਮਾਲ ਕਰਨਾ, ਕਿਸੇ ਨੂੰ ਧਮਕਾਉਣਾ ਹੈ, ਫਿਰ ਉਹ ਫਿਰੌਤੀਆਂ ਲੈਣ ਵੱਲ ਵੱਧਦੇ ਨੇ। ਇਹ ਸਭ ਕੁਝ ਫਿਲਮਾਂ 'ਚ ਤਾਂ ਅਸੀਂ ਦੇਖਦੇ ਹਾਂ, ਇਹ ਰਿਐਲਿਟੀ ਵਿੱਚ ਵੀ ਇਸ ਤਰ੍ਹਾਂ ਹੀ ਹੈ। ਵਾਟਸ ਯੂਅਰ ਸਟੱਡੀ? ਇਹ ਬਿਲਕੁਲ ਹੈਗਾ। ਮੈਂ ਇਸ ਕਰਕੇ ਦਾਅਵੇ ਨਾਲ ਕਹਿ ਸਕਦੀ ਹਾਂ ਬਿਕੋਜ਼ ਮੈਂ ਐਜੂਕੇਸ਼ਨਲ ਇੰਸਟੀਟਿਊਸ਼ਨ ਨਾਲ ਤਾਲੁਕ ਰੱਖਦੀ ਹਾਂ ਔਰ ਮੈਂ ਕਈ ਐਸੇ ਨੌਜਵਾਨ ਮੁੰਡੇ ਦੇਖੇ ਹੈ ਜਿਹੜੇ ਕਿ ਇਨਫੈਕਟ ਬੜੇ ਵਧੀਆ ਹੁੰਦੇ ਆ ਔਰ ਇਸ ਕਲਚਰ 'ਚ ਬਹਿ ਕੇ 5-6 ਸਾਲਾਂ ਬਾਅਦ ਉਹਨਾਂ ਦੀ ਸ਼ੈਲਫ ਲਾਈਫ ਵੀ ਬੜੀ ਥੋੜੀ ਹੁੰਦੀ ਹੈ ਸਰ ਜੀ। ਔਰ ਜ਼ਿਆਦਾਤਰ ਬੱਚੇ ਜਿਹੜੇ ਹੈ ਗੁੰਮਰਾਹ ਹੋ ਜਾਂਦੇ ਹੈ ਔਰ ਫਿਰ ਉਹ ਫਿਰ ਇਦਾਂ ਦੇ ਕ੍ਰਾਈਮਸ ਵੱਲ ਤੁਰ ਪੈਂਦੇ। ਜੇ 100 ਬੱਚਾ ਮੰਨ ਲਓ ਹਾਇਰ ਕੀਤਾ ਪੋਲੀਟੀਸ਼ੀਅਨਸ ਨੇ ਤੇ 100 ਦਾ 100 ਤਾਂ ਪੋਲੀਟੀਕਲ ਲੀਡਰ ਬਣਨੋਂ ਰਿਹਾ। 100 ਚ ਚਲੋ 10 ਬਣ ਸਕਦਾ, ਉਹ ਜਿਹੜਾ 90 ਹੈ, ਜਿਹੜਾ 90 ਵਾਲਾ ਉਹ ਕਿੱਦਾਂ ਆਪਣੀ ਸਪੇਸ ਉਹ ਕਿੱਥੇ ਜਾਏਗਾ? ਜੀ ਜੀ। ਔਰ ਉਹਦੀਆਂ ਫਿਰ ਐਂਬੀਸ਼ਨਸ ਵੀ ਇੰਨੀਆਂ ਸਟਰੋਂਗ ਹੈ। ਨੈਚੁਰਲੀ ਫਿਰ ਗੈਂਗਸਟਰ ਇਜ਼ ਅ ਵੈਰੀ ਕੋਜ਼ੀ ਥਿੰਗ ਐਂਡ ਵਿਦ ਸੱਚ ਅ ਗ੍ਰੇਟ ਸਪੋਰਟ ਸਿਸਟਮ। ਬਿਲਕੁਲ, ਉਹਨੂੰ ਗਲੈਮਰ ਲੱਗਦਾ ਹੈ ਇਸ ਦੇ ਵਿੱਚ। ਦਿਸ ਇਜ਼ ਗਲੈਮਰਸ, ਯੈਸ। ਔਰ ਕਈ ਵਾਰ ਤੁਹਾਨੂੰ ਇਹ ਨਹੀਂ ਲੱਗਦਾ ਕਿ ਸਾਡਾ ਸਿਨੇਮਾ, ਸਾਡੀ ਫਿਲਮਸ ਵੀ ਇਸ ਵਾਸਤੇ ਰਿਸਪੌਂਸਿਬਲ ਨੇ ਜਿੱਥੇ ਗਲੈਮਰ ਦਿਖਾਇਆ ਜਾਂਦਾ ਹੈ ਗੈਂਗਸਟਰਸ ਦੀ ਲਾਈਫ ਦੇ ਵਿੱਚ? ਕੁਝ ਪੰਜਾਬੀ ਸੌਂਗਸ ਇੱਦਾਂ ਦੇ ਆਏ ਨੇ ਇਸ ਕਲਚਰ ਨੂੰ ਲੈ ਕੇ, ਗਨ ਕਲਚਰ ਨੂੰ ਪ੍ਰਮੋਟ ਕਰਦੇ ਨੇ, ਵੱਡੀਆਂ ਵੱਡੀਆਂ ਕਾਰਾਂ, ਜੀਪਾਂ। ਮੁੱਕਦੀ ਗੱਲ ਪਤਾ ਕੀ ਹੈ, ਅਸੀਂ ਗੁਰਬਾਣੀ ਤੋਂ ਨਾ ਦੂਰ ਹੋ ਗਏ। ਜਿਹੜੇ ਸਾਡੇ ਗੁਰੂਆਂ ਨੇ ਸਾਨੂੰ ਟੀਚਿੰਗ ਦਿੱਤੀ ਨਾ ਸਿੰਪਲ ਲਿਵਿੰਗ ਦੀ, ਅਸੀਂ ਉਹ ਤੋਂ ਦੂਰ ਹੋ ਗਏ ਹਾਂ। ਤੇ ਸੋਸ਼ਲ ਮੀਡੀਆ, ਟੀਵੀ, ਮੂਵੀਜ਼, all these all web channels, everybody, they are only after minting money. ये बस पैसे बनाने की मशीन तक अपने सीमित रखते हैं और ਇਹਨਾਂ ਨੂੰ repercussions ਦੀ ਕੋਈ ਪਰਵਾਹ ਨਹੀਂ ਹੈ। ਇਹ ਸਿਰਫ ਔਰ ਸਿਰਫ ਪੈਸੇ ਬਣਾਉਣ ਦੀ ਖਾਤਰ ਇਸ ਹੱਦ ਤੱਕ ਜਾ ਚੁੱਕੇ ਹੈ। ਮੈਂ ਕਹਿੰਦੀ ਹਾਂ ਬਿਲਕੁਲ, ਮਤਲਬ ਇੰਨੀ ਜ਼ਿਆਦਾ ਗਾਣੇ, ਮਤਲਬ ਪਹਿਲੇ ਤਾਂ ਅਸ਼ਲੀਲਤਾ ਦੀ ਪ੍ਰੋਬਲਮ ਸੀ, ਉਹ ਦੈਟ ਇਜ਼ ਨੋਰਮ ਨਾਓ। ਤੇ ਹੁਣ ਜਿਹੜਾ ਦੂਸਰਾ ਇਹਨਾਂ ਨੇ ਜਿਹੜਾ ਟੈਰਰ ਨੂੰ ਗਲੋਰੀਫਾਈ ਕਰ ਦਿੱਤਾ ਨਾ, ਗਲੋਰੀਫਾਈ ਔਰ ਜਿਹੜਾ ਮੈਗਨੇਟਾਈਜ਼ ਕਰ ਦਿੱਤਾ ਹੈ, ਦੈਟ ਇਜ਼ ਰੀਅਲੀ ਬਹੁਤ ਹੀ ਗਲਤ ਗੱਲ ਹੈ। ਸੋ ਅਨਇੰਪਲੋਇਮੈਂਟ ਕਿੱਥੋਂ ਤੱਕ ਰਿਸਪੌਂਸਿਬਲ ਹੈ ਗੈਂਗਸਟਰਵਾਦ ਵਾਸਤੇ ਪੰਜਾਬ ਦੇ ਵਿੱਚ? ਅਨਇੰਪਲੋਇਮੈਂਟ 100% ਰਿਸਪੌਂਸਿਬਲ ਹੈ ਜੀ, 100%। ਜੀ।
ਮੈਂ 100% ਰਿਸਪੌਂਸਿਬਲ ਹਾਂ ਜੇ ਯੂਥ ਨੂੰ ਅੱਛੀ ਤਰ੍ਹਾਂ ਉਹਦੀ એનર્ਜੀਜ਼ ਨੂੰ ਸਟ੍ਰੀਮਲਾਈਨ ਕੀਤਾ ਜਾਵੇ, ਉਹਨੂੰ ਇੰਗੇਜ ਕੀਤਾ ਜਾਵੇ, हाँ जी, ਉਹਨੂੰ ਅਲੱਗ-ਅਲੱਗ ਰੁਝਾਨ ਦਿੱਤੇ ਜਾਣ, ਉਹ ਇੱਕ ਅੱਛੀ ਆਪਣੀ ਕਮਾਈ ਕਰ ਸਕੇ, ਕਮਾਈ ਨਹੀਂ ਕਰ ਸਕੇ ਤੇ ਆਪਣਾ ਖਰਚਾ ਪਾਣੀ ਕਰ ਸਕੇ, ਤੇ ਮੈਨੂੰ ਨਹੀਂ ਲੱਗਦਾ ਕਿ ਗੈਂਗਸਟਰ ਵੱਲ ਬੱਚੇ ਤੁਰਨਗੇ। ਰਾਈਟ ਮੈਮ। ਔਰ ਡਰੱਗਸ ਜਿਹੜਾ ਸਾਡੀ ਸੁਸਾਇਟੀ ਦੇ ਵਿੱਚ ਸਭ ਤੋਂ ਵੱਡਾ ਚੈਲੰਜ ਹੈ ਇਸ ਵਕਤ ਗਵਰਨਮੈਂਟ ਵਾਸਤੇ, ਕਿਉਂਕਿ ਪਿਛਲੀਆਂ ਸਰਕਾਰਾਂ ਨੇ ਵੀ ਵਾਅਦੇ ਕੀਤੇ, ਵਾਅਦੇ ਪੂਰੇ ਨਹੀਂ ਕੀਤੇ, ਨਿਭਾਏ ਨਹੀਂ। ਸਟਿਲ ਡਰੱਗਸ ਦੀ ਪ੍ਰੋਬਲਮ ਬਹੁਤ ਜ਼ਿਆਦਾ ਹੈ ਸਕੂਲ ਦੇ ਵਿੱਚ, ਕਾਲਜ ਦੇ ਵਿੱਚ, ਹੋਸਟਲ ਦੇ ਵਿੱਚ, ਇੱਥੋਂ ਤੱਕ ਕਿ ਜੇਲ੍ਹਾਂ ਤੱਕ ਵੀ ਪਹੁੰਚੀ ਗਈ ਹੈ। ਹੁਣ ਵੀ ਗਵਰਨਮੈਂਟ ਕਹਿ ਰਹੀ ਹੈ ਕਿ ਜਿਹੜੇ ਕੈਦੀ ਨੇ ਉਹਨਾਂ ਦੇ ਡੋਪ ਟੈਸਟ ਕੀਤੇ ਜਾਣ। ਸੋ ਇਹ ਡਰੱਗ ਦੀ ਸਮੱਸਿਆ ਕਿੰਨੀ ਕੁ ਰਿਸਪੌਂਸਿਬਲ ਹੈ? ਪਰ ਇਸ ਦੀ ਸਮੱਸਿਆ ਨੂੰ ਅਸੀਂ ਨਜ਼ਰਅੰਦਾਜ਼ ਨਹੀਂ ਕਰ ਸਕਦੇ ਡੈਫੀਨਿਟਲੀ। ਰਾਦਰ ਜਿਹੜੀ ਡਰੱਗ ਦੀ ਸਮੱਸਿਆ ਹੈ ਉਹ ਬੇਸਿਸ ਹੈ ਇਸ ਸਮੱਸਿਆ ਦਾ, जी, ਬਿਕੋਜ਼ ਡਰੱਗਸ ਦੇ ਥਰੂ ਤਾਂ ਉਹ ਮਨੀ ਸਾਰੀ ਦੇ ਆਰ ਐਨਕੈਸ਼ਿੰਗ ਆਲ ਦੀ ਮਨੀ, ਡਰੱਗਸ ਦੇ ਥਰੂ ਹੀ ਤਾਂ ਸਾਰੀ ਪੈਸਾ ਪੈਦਾ ਹੋ ਰਿਹਾ, ਔਰ ਉਹ ਪੈਸੇ ਦੀ ਉਹ ਵਾਲੇ ਸਟਰਕਚਰ, ਉਹ ਵਾਲੇ ਪੈਟਰਨ, ਉਹ ਸਾਰਾ ਸਪੋਰਟ ਸਿਸਟਮ ਕ੍ਰੀਏਟ ਕਰਨਾ ਕੀਤਾ ਜਾਂਦਾ ਹੈ ਜਿਹੜਾ ਕਿ ਇੱਕ ਗੈਂਗਸਟਰ ਲਈ ਜ਼ਰੂਰੀ ਹੈ। ਰਾਈਟ, ਮਤਲਬ ਡਰੱਗਸ ਤੋਂ ਪੈਸਾ ਕਮਾ ਕੇ ਗੈਂਗਸਟਰਸ ਨੂੰ ਸਪੋਰਟ ਕੀਤਾ ਜਾਂਦਾ ਹੈ। ਔਰ ਜੋ ਇਹ ਫੋਨ ਜਾਣਾ, ਧਮਕੀਆਂ ਔਰ ਉੱਥੋਂ ਫਿਰੌਤੀ ਲੈਣਾ, ਉਹ ਵੀ ਇੱਕ ਇਹਦਾ ਹਿੱਸਾ ਹੈ ਪੈਸਾ ਕਮਾਉਣ ਦਾ। ਅਫਕੋਰਸ ਦੋ ਅਗਰ ਅਸੀਂ ਆਪਣੀ ਸਾਰਾ ਇਹਨੂੰ ਹਿਸਟੋਰੀਕਲੀ ਦੇਖੀਏ, 2018 ਚ ਘਟਨਾ ਘਟਦੀ ਹੈ, 2017 ਚ ਘਟਦੀ ਹੈ, ਐਕਸਟੋਰਸ਼ਨ ਕਾਲਸ ਜਾਂਦੀਆਂ, ਪਿੱਛੇ ਜੇ ਸਲਮਾਨ ਖਾਨ ਜਿਹੜੇ ਕਿ ਇਸ ਰੀਜਨ ਦੇ ਵੀ ਨਹੀਂ ਹੈ, ਉਹਨਾਂ ਦਾ ਵੀ ਕਿਸੇ ਨਾ ਕਿਤੇ ਜ਼ਿਕਰ ਆ ਰਿਹਾ ਸੀਗਾ, ਯੂ نو जी, ਹੀ ਵਾਸ ਆਲਸੋ ਕਿ ਜਿੱਪੀ ਗਰੇਵਾਲ ਦਾ ਵਿੱਚ ਨਾਮ ਆਉਂਦਾ ਹੈ ਕਿ ਉਹਨੂੰ ਵੀ ਐਕਸਟੋਰਸ਼ਨ ਕਾਲਸ ਗਈਆਂ। जी, ਇਹ ਇੱਕ ਬੜਾ ਹੀ ਡਰੱਗਸ ਦੇ ਨਾਲ ਦਿਸ ਇਜ਼ ਅ ਪੈਰਲਰ, ਇਹ ਪੈਰਲਰ ਇੱਕ ਉਹਨਾਂ ਨੇ ਰੂਟ ਚਲਾਇਆ, ਯੂ نو ਡਰੱਗਸ ਤਾਂ ਮੇਨਲੀ ਸਪੋਰਟ ਕਰ ਰਿਹਾ ਹੈ ਸਿਸਟਮ ਨੂੰ, ਐਂਡ ਦੀ ਪੈਰਲਰ ਇਜ਼ ਦੀ ਐਕਸਟੋਰਸ਼ਨ ਕਾਲਸ, ਐਂਡ ਐਕਸਟੋਰਸ਼ਨ ਕਾਲਸ ਤੁਸੀਂ ਤਾਂ ਹੀ ਕਰ ਸਕੋਗੇ ਜੇ ਤੁਹਾਡੇ ਕੋਲ ਗੈਂਗਸਟਰ ਤਿਆਰ ਹੋਣਗੇ। राइट। तो ये बस ਗਨ ਕਲਚਰ ਨੂੰ ਬੜਾ ਹਾਈਲਾਈਟ ਕੀਤਾ ਜਾਂਦਾ ਹੈ। या एंटरटेनमेंट इंडस्ट्री इक्वली रिस्पॉन्सिबल है क्योंकि वो ग्लैमराइज करती है गैंगस्टर ਦੀ ਲਾਈਫ ਨੂੰ। ਯੈਸ, ਕਿਉਂਕਿ ओके, ਐਂਟਰਟੇਨਮੈਂਟ ਇੰਡਸਟਰੀ ਨੂੰ ਮਾਧਿਅਮ ਬਣਾ ਕੇ ਉਹ ਇਹ ਸ਼ੋਅ ਕਰ ਰਹੇ ਕਿ ਇਹ ਬੜਾ ਅੱਛੀ ਚੀਜ਼ ਹੈ, ਬਹੁਤ ਵਧੀਆ ਗੱਲ ਹੈ, ਦਿਸ ਇਜ਼ ਸਮਥਿੰਗ ਟੂ ਬੀ ਰੀਅਲੀ ਪ੍ਰਾਊਡ ਆਫ, ਮਰਦਾਨਗੀ ਹੋਏਗੀ ਏਦਾਂ, ਯੂ نو। अब राइट, मैं कहनी यस, ਜਿਹੜੇ ਟੀਵੀ, ਜਿਹੜੇ ਮੂਵੀਜ਼, ਗਾਣੇ ਜੋ ਵੀ ਹੈ, ਦੇ ਆਰ 200% ਰਿਸਪੌਂਸਿਬਲ। ਰਾਈਟ ਮੈਮ। ਹੁਣ ਇੱਕ ਇਹ ਵੀ ਰੁਝਾਨ ਹੈ ਕਿ ਸਾਡੇ ਜੋ ਪੰਜਾਬ ਦਾ ਯੂਥ ਹੈ, ਇੱਕ ਤਾਂ ਬਾਹਰ ਵੀ ਕਾਫੀ ਜਾ ਰਿਹਾ ਹੈ, ਦੂਜਾ ਜੋ ਇੱਥੇ ਹੈ ਐਗਰੀਕਲਚਰ ਜ਼ਰੂਰ ਹੈ, ਉਹਨਾਂ ਕੋਲ ਲੈਂਡ ਜ਼ਰੂਰ ਹੈ, ਪਰ ਉਹ ਖੁਦ ਨਹੀਂ ਕਰਦੇ, ਉੱਥੇ ਮਜ਼ਦੂਰ ਰੱਖਦੇ ਨੇ ਜਾਂ ਉਹ ਰੈਂਟ ਤੇ ਦੇ ਦਿੰਦੇ ਨੇ, ਲੀਜ਼ ਤੇ ਦੇ ਦਿੰਦੇ ਨੇ, ਔਰ ਉਸ ਪੈਸੇ ਨਾਲ ਇੰਜੋਏ ਕਰਦੇ ਨੇ ਜੋ ਰੈਂਟ ਉਹਨਾਂ ਨੂੰ ਆਉਂਦਾ ਹੈ, ਜੋ ਕਿਰਾਇਆ ਉਹਨਾਂ ਨੂੰ ਆਉਂਦਾ ਹੈ। ਔਰ ਫਿਰ ਵਿਹਲਾ ਟਾਈਮ ਹੈ, ਕੋਈ ਕੰਮਕਾਰ ਹੈ ਨਹੀਂ, ਪੈਸਾ ਖੂਬ ਹੈ, ਇੰਜੋਇਮੈਂਟ। ਔਰ ਇੰਜੋਇਮੈਂਟ ਦਾ ਇੱਕ ਹਿੱਸਾ ਇਹ ਵੀ ਰਹਿੰਦਾ ਹੈ ਕਿ ਕਿਤੇ ਨਾ ਕਿਤੇ ਪੈਰ ਥਿੜਕਦੇ ਨੇ ਔਰ ਸਸਤੀ ਸ਼ੋਹਰਤ ਵਾਸਤੇ, ਲਾਈਮਲਾਈਟ 'ਚ ਆਉਣ ਵਾਸਤੇ ਕੁਝ ਇੱਦਾਂ ਦੇ ਕਦਮ ਚੁੱਕਦੇ ਨੇ। ਭਾਜੀ ਭਾਜੀ ਕਰਕੇ ਉਹ ਸਾਰੇ ਸੈਲਿਊਟ ਜ਼ਰੂਰ ਮਾਰਦੇ ਨੇ, ਪਰ ਉਹ ਭਾਜੀ ਕਦੋਂ ਕਿਸੇ ਪੋਲੀਟੀਸ਼ੀਅਨ ਦੇ ਜਾਂ ਕਿਸੇ ਹੋਰ ਗੈਂਗਸਟਰ ਗਰੁੱਪ ਦੇ ਹੱਥ ਚੜ ਜਾਂਦਾ ਹੈ ਤੇ ਭਾਜੀ ਕਿੱਦਾਂ ਗੈਂਗਸਟਰ ਬਣ ਜਾਂਦੇ ਨੇ, ਇਹ ਪਤਾ ਹੀ ਨਹੀਂ ਲੱਗਦਾ। ਐਮ ਆਈ ਰਾਈਟ ਮੈਮ? ਸਰ ਤੁਸੀਂ ਤਾਂ ਮੈਨੂੰ ਦੱਸਣ ਲਈ, ਮੇਰੇ ਦੱਸਣ ਲਈ ਤਾਂ ਕੁਝ ਛੱਡਿਆ ਨਹੀਂ, ਤੁਸੀਂ ਤਾਂ ਸਾਰਾ ਖੁਦ ਹੀ ਇੰਨਾ ਵਧੀਆ ਐਕਸਪਲੇਨ ਕਰ ਦਿੱਤਾ, ਐਂਡ ਆਈ ਐਗਰੀ ਵਿਦ ਯੂ ਟੋਟਲੀ। ਬਿਲਕੁਲ ਤੁਸੀਂ ਸਹੀ ਫਰਮਾ ਰਹੇ ਹੋ, ਬਿਲਕੁਲ ਸਹੀ ਕਹਿ ਰਹੇ ਹੋ। ਮੈਂ ਇਹ ਜਾਣਨਾ ਚਾਹੁੰਦਾ ਕਿ ਹੁਣ ਇਹ ਸਮੱਸਿਆ ਤਾਂ ਸਾਡੇ ਕੋਲ ਹੋ ਗਈ, ਹੁਣ ਉਹਦਾ ਸੋਲਿਊਸ਼ਨ ਕੀ ਹੈ? ਸਰ ਇਹਦੇ ਜਿਹੜੇ ਸੋਲੂਸ਼ਨ ਹੈ, ਇਹਦਾ ਓਵਰਨਾਈਟ ਸੋਲੂਸ਼ਨ ਨਹੀਂ ਹੋਏਗਾ, जी, ਲੇਕਿਨ ਇਹਦਾ ਓਵਰ ਇੱਕ ਦਿਨ 'ਚ ਇਹਦਾ ਸੋਲੂਸ਼ਨ ਆ ਵੀ ਸਕਦਾ ਹੈ ਜੇ ਗਵਰਨਮੈਂਟ ਦੀ ਵਿਲ ਪਾਵਰ ਸਟਰੋਂਗ ਹੋ, ਪੁਲਿਸ ਐਂਡ ਗਵਰਨਮੈਂਟ ਇਹਨਾਂ ਦੀ ਜੇ ਵਿਲ ਪਾਵਰ ਸਟਰੋਂਗ ਹੈ, ਪੋਲੀਟੀਸ਼ੀਅਨਸ ਜੇ ਆਪਣੇ ਪੈਟੀ ਪੋਲੀਟੀਕਲ ਇੰਟਰਸਟ ਨੂੰ ਛੱਡ ਦੇਣ, ਇਹ ਜੀ। ਮਾਨਵਤਾ ਨੂੰ ਦੇਖਣ, ਇਹ ਆਪਣੇ ਗੁਰੂਆਂ ਦੀ ਸਿੱਖਿਆਵਾਂ ਨੂੰ ਦੇਖਣ, ਤੇ ਇਹਦਾ ਸੋਲੂਸ਼ਨ ਬਿਲਕੁਲ ਹੈ, ਬਿਲਕੁਲ ਹੈ। ਜੇ ਪੁਲਿਸ ਚਾਵੇ ਰਾਤੋਂ ਰਾਤ, ਜੇ ਗਵਰਨਮੈਂਟ ਚਾਵੇ ਰਾਤੋਂ ਰਾਤ, ਸਭ ਕੁਝ ਠੀਕ ਹੋ ਸਕਦਾ ਹੈ, ਕਿਉਂਕਿ ਇਹ ਜਰਨਲ ਸੁਸਾਇਟੀ ਨੇ ਨਹੀਂ ਇਹ ਕ੍ਰੀਏਟ ਕੀਤਾ, ਇਹਦੇ ਜਿਹੜੇ ਜਨਮਦਾਤਾ ਹੈ ਪੋਲੀਟੀਸ਼ੀਅਨਸ, ਐਂਡ ਆਫ ਕੋਰਸ ਮੈਂ ਹੁਣ ਪੁਲਿਸ ਵਾਲਿਆਂ ਨੂੰ ਬਲੇਮ ਨਹੀਂ ਕਰਨਾ ਚਾਹੁੰਦੀ, ਬਟ ਮੈਂ ਪੋਲੀਟੀਸ਼ੀਅਨ ਨੂੰ ਫਿਰ ਵੀ ਸਿੱਧਾ ਬਲੇਮ ਕਰ ਸਕਦੀ, ओके, ਕਿਉਂਕਿ ਪੁਲਿਸ ਵਾਲੇ ਵੀ ਕਿਤੇ ਨਾ ਕਿਤੇ they also take orders or the commands from, you know, the politicians, but 100% politician ਨੂੰ ਇਹ ਰਿਸਪੌਂਸਿਬਿਲਿਟੀ ਓਨ ਕਰਨੀ ਪੈਣੀ। राइट। और कुछ बिजनेस ग्रुप्स, कॉरपोरेट्स या
ਰਿਚ ਬਿਜ਼ਨਸਮੈਨ ਵੀ ਇਹਦਾ ਹਿੱਸਾ ਹੋ ਸਕਦੇ ਨੇ? ਯੂ ਹੈਵ, ਤੁਸੀਂ ਬਹੁਤ ਹੀ ਵਧੀਆ ਮਤਲਬ ਪੁਆਇੰਟ ਆਊਟ ਕੀਤਾ ਹੈ। ਜਿਹੜਾ ਸਾਡਾ ਐਮਐਨਸੀਜ਼ ਦਾ ਕਲਚਰ ਹੈ, ਜਿਹੜਾ ਕਾਰਪੋਰੇਟ ਸੈਕਟਰ ਹੈ, ਜਿਹੜਾ ਕਮਰਸ਼ੀਅਲ ਜਿਹੜਾ ਸਾਡਾ ਸਾਈਡ ਹੈ ਨਾ ਸਰ, ਜੀ that is also a real reason, है ना। ਹੁਣ ਕਮਰਸ਼ੀਅਲਾਈਜੇਸ਼ਨ ਨੇ ਇੰਨਾ ਕੁ ਸਾਨੂੰ ਓਵਰਪਾਵਰ ਕਰਤਾ ਹੈ। ਦੇਖੋ ਜੀ, ਜੇਬ 'ਚ ਪੈਸੇ ਹੋਣਗੇ ਤਾਂ ਤੁਸੀਂ ਬ੍ਰਾਂਡਸ ਪਾ ਸਕਦੇ ਹੋ, ਜੇਬ 'ਚ ਪੈਸੇ ਹੋਣਗੇ ਤਾਂ ਤੁਸੀਂ ਬ੍ਰਾਂਡਡ ਸੋ ਕਾਲਡ ਗੱਡੀਆਂ ਵੱਡੀਆਂ ਲੈ ਸਕਦੇ ਹੋ, ਜੇਬ 'ਚ ਪੈਸਾ ਹੋਏਗਾ ਤਾਂ ਤੁਸੀਂ ਵੱਡੀ ਜੋ ਵੀ ਲਾਈਫ ਸਟਾਈਲ ਆ ਉਹਨੂੰ ਫੋਲੋ ਕਰ ਸਕਦੇ ਹੋ। ਔਰ ਇਹਦੇ ਲਈ ਪੈਸੇ ਕਿੱਥੋਂ ਆਣਗੇ? ਤੁਸੀਂ ਕਿੰਨੇ ਕੁ ਖੇਤ ਵੇਚ ਲਓਗੇ? ਜੀ ਆਫਟਰ ਆਲ ਕੁਇਕ ਮਨੀ ਔਰ ਈਜ਼ੀ ਮਨੀ ਤਾਂ ਫਿਰ ਵਾਇਲੈਂਸ ਤੋਂ ਹੀ ਤੁਹਾਨੂੰ ਮਿਲਣਾ ਨਾ। ਤੇ ਇਹਦੇ ਲਈ ਆਫ ਕੋਰਸ ਸਾਰੇ ਅਸੀਂ ਜ਼ਿੰਮੇਵਾਰ ਆ, ਮਤਲਬ ਕਾਰਪੋਰੇਟ ਸੈਕਟਰ ਵੀ ਜ਼ਿੰਮੇਵਾਰ ਆ, ਔਰ ਜਿਹੜੇ ਸਾਡੇ ਐਮਐਨਸੀਜ਼ ਹੈ, ਜਿਨ੍ਹਾਂ ਦੇ ਹੈ ਹੀ ਸਾਰੇ ਕਮਰਸ਼ੀਅਲ ਐਸਪੈਕਟਸ, ਆਬਵੀਅਸਲੀ ਉਹ ਵੀ ਇਹਦੇ 'ਚ ਇੱਕ ਬਹੁਤ ਜ਼ਬਰਦਸਤ ਇਹ ਗੇਮ ਨੂੰ ਪਲੇ ਕਰ ਰਹੇ। ਸੋ ਇੱਕ ਨੈਟਵਰਕ ਬਣ ਗਿਆ, ਉਹਦੇ ਵਿੱਚ ਕੁਝ ਇੱਕ ਪੋਲੀਟੀਸ਼ੀਅਨਸ, ਕੁਝ ਇੱਕ ਬਿਜ਼ਨਸ ਗਰੁੱਪਸ, ਐਮਐਨਸੀਜ਼ ਔਰ ਕੁਝ ਇੱਕ ਬਿਊਰੋਕਰੇਟਸ, ਜੋ ਕਿ ਇਹ ਸਭ ਮਿਲ ਕੇ ਇੱਕ ਐਸਾ ਗਰੁੱਪ ਫਾਰਮ ਹੋ ਗਿਆ ਹੈ ਜਿਹਨੂੰ ਆਪਾਂ ਕਹਿ ਦਿੰਦੇ ਹਾਂ ਕਿ ਡੀਪ ਸਟੇਟ ਵਰਕ ਕਰਦੀ ਹੈ, ਅੰਦਰ ਤੋਂ ਕੀ ਸਾਰਾ ਆਪਰੇਟ ਹੋ ਰਿਹਾ ਹੈ। ਉਹਨਾਂ ਨੂੰ ਇਹ ਗੈਂਗਸਟਰਸ ਚਾਹੀਦੇ ਨੇ ਆਪਣੇ ਕਈ ਕੰਮ ਕਰਵਾਉਣ ਦੇ ਲਈ, ਜੋ ਉਹ ਲੀਗਲ ਤਰੀਕੇ ਨਾਲ ਨਹੀਂ ਕਰ ਸਕਦੇ। ਰਾਈਟ ਮੈਮ? ਡੀਪ ਸਟੇਟ ਪੋਲਿਟਿਕਸ ਦੀ ਗੱਲ ਕਰ ਰਹੇ ਹੋ ਜੀ ਠੀਕ ਹੈ, ਵੈਰੀ ਰਾਈਟਲੀ ਯੂ ਹੈਵ ਪੁਆਇੰਟਡ ਆਊਟ। ਹੁਣ ਪ੍ਰੋਬਲਮ ਹੈ, ਇੱਕ ਅੱਧੀ ਡੀਪ ਸਟੇਟ ਕੰਮ ਕਰ ਰਹੀ ਹੁੰਦੀ ਨਾ ਤੇ ਚਲੋ ਬੰਦਾ ਫੇਰ ਵੀ ਸਿਚੁਏਸ਼ਨ ਨੂੰ ਸਾਂਭਦਾ ਹੈ। ਇੱਥੇ ਤੇ ਡੀਪ ਸਟੇਟਸ ਦੇ ਇੰਨਾ ਕੰਪੀਟੀਸ਼ਨ ਹੋਇਆ ਪਿਆ ਕਿ ਇੱਕ ਇੱਦਾਂ ਦੀਆਂ ਪ੍ਰੋਬਲਮਸ, ਚਲੋ ਇਹ ਤੇ ਇੰਡੀਆ 'ਚ ਹੈ, ਬਾਕੀ ਦੇਸ਼ਾਂ 'ਚ ਵੀ ਕਿਸੇ ਹੋਰ ਰੂਪ 'ਚ ਇੱਦਾਂ ਦੀਆਂ ਪ੍ਰੋਬਲਮਸ ਪੈਦਾ ਹੋ ਰਹੀਆਂ ਜੀ ਤੇ ਡੀਪ ਸਟੇਟ ਨੂੰ ਵੀ ਐਨਾਲਾਈਜ਼ ਕਰਨ ਦੀ, ਸਾਨੂੰ ਉਹਨਾਂ ਨੂੰ ਵੀ ਇੱਕ ਸੁਨੇਹਾ ਭੇਜਣ ਦੀ ਇੱਕ ਬੜੀ ਜ਼ਰੂਰਤ ਹੈ। ਹਾਲਾਂਕਿ ਇਹ ਪੋਸੀਬਲ ਜਾਂ ਮੁਸ਼ਕਿਲ ਹੈ, ਮਤਲਬ ਪੋਲੀਟੀਸ਼ੀਅਨਸ ਦੇ ਬਿਹਾਈਂਡ ਜਿਹੜੇ ਅੰਡਰ ਕਰੰਟਸ ਹੈ ਉਹਨਾਂ ਨੂੰ ਵੀ ਸਟੱਡੀ ਕਰਨਾ ਪਏਗਾ। ਰਾਈਟ ਔਰ ਕਈ ਵਾਰ ਨਾ ਇਹ ਸਟੱਡੀਜ਼ ਸਾਹਮਣੇ ਆਉਂਦੀਆਂ ਨੇ, ਕੁਝ ਕੇਸ ਸਟੱਡੀਜ਼ ਦੇ ਵਿੱਚ ਸਾਹਮਣੇ ਆਏ ਕਿ ਜਿਹੜੇ ਇਹ ਬੜੇ ਨਾਮੀ ਕਰਾਮੀ, ਬੜੇ ਪਪੂਲਰ ਗੈਂਗਸਟਰਸ, ਮਸ਼ਹੂਰ ਲੋਕ ਨੇ ਪੰਜਾਬ ਦੇ ਵਿੱਚ, ਇਹ ਆਪਣਾ ਨੈਟਵਰਕ ਬਣਾਉਂਦੇ ਨੇ। ਔਰ ਕਈ ਵਾਰ ਇਹਨਾਂ ਦੇ ਨੈਟਵਰਕ ਦੇ ਵਿੱਚ 400 500 ਬੰਦੇ ਵੀ ਹੁੰਦੇ ਨੇ। ਕੁਝ ਇੱਕ ਮਿਨਿਸਟਰਸ ਨੇ ਵੀ ਇਹ ਸਟੇਟਮੈਂਟਸ ਦਿੱਤੀਆਂ ਨੇ। ਔਰ ਇਹ ਗਰੁੱਪਸ ਜੋ ਵਿਦੇਸ਼ਾਂ ਵਿੱਚ ਬੈਠੇ ਹੋਏ ਦੂਸਰੇ ਗੈਂਗਸਟਰਸ ਨੇ, ਉਹਨਾਂ ਗਰੁੱਪਸ ਦੇ ਨਾਲ ਵੀ ਨੈਟਵਰਕਿੰਗ ਕਰਦੇ ਨੇ, ਫਿਰ ਮਿਲ ਕੇ ਕੰਮ ਕਰਦੇ ਨੇ। ਇੱਕ ਦੇਸ਼ ਦਾ ਗੈਂਗਸਟਰ ਗਰੁੱਪ ਦੂਸਰੇ ਦੇਸ਼ ਦੇ ਵਿੱਚ ਆਪਰੇਟ ਕਰੇਗਾ। ਕਿਸੇ ਨੂੰ ਸ਼ਾਰਪ ਸ਼ੂਟਰ ਚਾਹੀਦੇ ਨੇ, ਉਹ ਉੱਥੋਂ ਆ ਜਾਣਗੇ। ਕਿਸੇ ਨੂੰ ਮਨੀ ਚਾਹੀਦੀ ਹੈ, ਕੋਈ ਡਰੱਗਸ ਚਾਹੀਦੇ ਨੇ, ਸੋ ਇੱਕ ਦੂਜੇ ਦੀਆਂ ਰਿਕੁਆਇਰਮੈਂਟਸ ਪੂਰੀਆਂ ਕਰਦੇ ਨੇ। ਰੇਕੀ ਵਾਸਤੇ ਬੰਦੇ ਸਪੈਸ਼ਲਿਸਟ ਅਲੱਗ ਰੱਖੇ ਹੋਏ ਨੇ। ਇਹ ਪੂਰੇ ਵਰਲਡ ਦੇ ਵਿੱਚ ਇਹ ਨੈਟਵਰਕ ਚੱਲਦਾ ਹੈ। ਤੁਹਾਨੂੰ ਨਹੀਂ ਲੱਗਦਾ ਇਹ ਕਿ ਬੜਾ ਆਰਗੇਨਾਈਜ਼ਡ ਕ੍ਰਾਈਮ ਹੈ ਜੋ ਇੱਕ ਪੈਰਲਲ ਗਵਰਨਮੈਂਟ ਚੱਲਦੀ ਪਈ ਹੈ? ਪੈਰਲਲ ਇਕਨੋਮੀ ਵੀ ਚੱਲ ਰਹੀ ਹੈ, ਪੈਰਲਲ ਗਵਰਨਮੈਂਟ ਵੀ ਚੱਲ ਰਹੀ ਹੈ, ਮੈਨੂੰ ਤਾਂ ਲੱਗਦਾ ਕਿ ਪੈਰਲਲ ਪਲੈਨਟ ਵੀ ਚੱਲ ਰਿਹਾ ਹੈ। ਓ Absolutely right, absolutely right. All ਇਹ ਜਿਹੜੇ ਨਾਨ ਸਟੇਟ ਐਕਟਰਸ ਹੈ, they can be termed as a non state actor. ਇਹਨਾਂ ਨੇ ਜਿਹੜੇ ਮੇਨ ਐਕਟਰਸ ਹੈ, ਜਿਹੜੇ ਮੇਨ ਕੰਟਰੀਜ਼ ਆ, ਉਹਨਾਂ ਨੂੰ ਵੀ ਪਛਾੜ ਦਿੱਤਾ ਹੈ। ਅਸੀਂ ਗੱਲ ਕਰਦੇ ਹਾਂ ਫਸਟ ਥਰਡ ਵਰਲਡ ਵਾਰ ਦੀ, ਫੋਰਥ ਵਰਲਡ ਵਾਰ ਦੀ, ਜਿਹੜਾ ਇਹ ਵਾਲਾ ਵਾਰ ਚੱਲ ਰਿਹਾ ਹੈ, ਇਹਦੇ ਤੇ ਵੀ ਸਾਨੂੰ ਨਿਗਾਹ ਪਾਉਣ ਦੀ ਲੋੜ ਹੈ ਜੀ। ਔਰ ਕਈ ਵਾਰ ਖਿਆਲ ਆਉਂਦਾ ਹਿਊਮੈਨਿਟੇਰੀਅਨ ਗਰਾਊਂਡ ਦੇ ਉੱਤੇ ਕਿ ਇਹ ਜਿਹੜੇ ਮੁੰਡੇ ਨੇ, ਜਿਹੜੇ ਇਸ ਤਰ੍ਹਾਂ ਦੀਆਂ ਕਾਰਵਾਈਆਂ ਦੇ ਵਿੱਚ ਇੰਡਲਜ ਹੋ ਗਏ, ਜੇ ਇਸ ਤਰ੍ਹਾਂ ਦੀਆਂ ਕਾਰਵਾਈਆਂ 'ਚ ਲੱਗੇ ਹੋਏ ਨੇ, ਕਿਉਂਕਿ ਜੇ ਇਹ ਕਿਸੇ ਦੇ ਉੱਤੇ ਅਟੈਕ ਕਰਨ ਜਾਣਗੇ ਤਾਂ ਇਹਨਾਂ ਦੀ ਆਪਣੀ ਲਾਈਫ ਦੇ ਉੱਤੇ ਵੀ ਤਾਂ ਰਿਸਕ ਹੈ। ਕੋਈ ਗੋਲੀ ਇਹਨਾਂ ਵਾਸਤੇ ਵੀ ਹੋ ਸਕਦੀ, ਕਿਸੇ ਗੋਲੀ ਦੇ ਉੱਤੇ ਇਹਨਾਂ ਦਾ ਨਾਮ ਹੀ ਲਿਖਿਆ ਹੋਇਆ ਹੋ ਸਕਦਾ ਹੈ। ਸੋ ਇਹਨਾਂ ਦੇ ਮਨ ਦੇ ਵਿੱਚ ਕਦੀ ਇਸ ਤਰ੍ਹਾਂ ਦੀ ਭਾਵਨਾ ਨਹੀਂ ਆਉਂਦੀ ਹੋਏਗੀ ਕਿ ਸਾਡਾ ਵੀ ਘਰ ਪਰਿਵਾਰ ਹੋਵੇ, ਸਾਡਾ ਵੀ ਇੱਕ ਫੈਮਿਲੀ ਹੋਵੇ, ਘਰ ਹੋਵੇ, ਇੱਕ ਪਤਨੀ ਹੋਵੇ, ਪ੍ਰੇਮਿਕਾ ਹੋਵੇ, ਬੱਚੇ ਹੋਣ, ਇੱਕ ਨਾਰਮਲ ਲਾਈਫ ਜਿਵੇਂ ਇੱਕ ਆਮ ਇਨਸਾਨ ਸੋਚਦਾ। ਇਹਨਾਂ ਦੇ ਅੰਦਰ ਕੋਈ ਥਾਟ ਤੇ ਆਉਂਦਾ ਹੀ ਹੋਏਗਾ ਨਾ, ਕਿਉਂਕਿ ਸਾਰਾ ਦਿਨ ਭੱਜੇ ਫਿਰੋ, ਮੌਤ ਤੋਂ ਬਚਦੇ ਫਿਰੋ, ਮੌਤ ਨੂੰ ਧੋਖਾ ਦਿੰਦੇ ਫਿਰੋ, ਕਿੱਥੇ ਖਾਣਾ, ਕਿੱਥੇ ਸੋਣਾ, ਕੀ ਜ਼ਿੰਦਗੀ ਦਾ ਸਾਰਾ ਸਟਰਕਚਰ ਹੈ, ਕੀ ਬਣ ਕੀ ਗਿਆ ਲਾਈਫ ਦਾ। ਕਦੀ ਇਹਨਾਂ ਦੇ ਅੰਦਰ ਇਹ ਵਿਚਾਰ ਤਾਂ ਆਉਂਦਾ ਹੀ ਹੋਣਾ। ਪਰਸਨਲੀ ਮੈਂ ਗਲਤ ਹੋ ਸਕਦੀ ਹਾਂ, ਸ਼ਾਇਦ ਤੁਸੀਂ ਮੇਰੇ ਨਾਲ ਸਹਿਮਤ ਨਾ ਹੋਵੋ। ਮੈਨੂੰ ਲੱਗਦਾ ਕਿ ਇਹਨਾਂ ਦੀ ਬ੍ਰੇਨ ਵਾਸ਼ਿੰਗ ਇੰਨੀ ਜ਼ਬਰਦਸਤ ਤਰੀਕੇ ਨਾਲ ਹੋ ਚੁੱਕੀ ਹੁੰਦੀ ਹੈ ਕਿ ਜੋ ਤੁਸੀਂ ਕਹਿੰਦੇ ਭੱਜਦੇ ਫਿਰਦੇ ਆਪਣੀ ਲਾਈਫ ਬਚਾਉਂਦੇ, ਐਕਚੁਅਲੀ ਦਿਸ ਇਜ਼ ਐਡਵੈਂਚਰ ਫॉर them, ਦਿਸ ਇਜ਼ ਐਡਵੈਂਚਰਸ ਸਪੋਰਟਸ ਫॉर them। ਮੈਨੂੰ ਨਹੀਂ ਲੱਗਦਾ ਕਿ ਇਹਨਾਂ 'ਚ ਕੁਝ ਇਮੋਸ਼ਨਸ ਬਚ ਗਏ ਹੁੰਦੇ ਆ, ਜੋ ਤੁਸੀਂ ਹੁਣੀ ਫਰਮਾਇਆ ਹੈ, ਜੋ ਤੁਸੀਂ ਹੁਣ ਜ਼ਿਕਰ ਕੀਤਾ ਹੈ, ਉਹਨਾਂ ਥਾਟਸ ਦੇ ਵੀ ਕੋਈ ਜਗ੍ਹਾ ਹੈ। ਆਈ ਡੋਂਟ ਥਿੰਕ ਸੋ। ਇਹਨਾਂ ਦੀ ਬ੍ਰੇਨ ਹੀ ਇੰਨੀ ਲਿਮਿਟਡ ਕਰ ਦਿੱਤੀ ਜਾਂਦੀ ਹੈ, ਇੰਨੀ ਲਿਮਿਟਡ ਕਰ ਦਿੱਤੀ ਜਾਂਦੀ ਹੈ। ਦੇਅਰ ਆਰ, ਹੁਣ ਮੈਂ ਇੱਥੇ ਖੁੱਲ ਕੇ, ਮਤਲਬ ਮੈਂ ਆਈ ਕੈਨੋਟ ਸ਼ੇਅਰ, ਬਟ
ਮਾਈ ਸਿੰਪਲ ਆਨਸਰ ਵੁੱਡ ਬੀ ਕਿ ਜਿਹੜੇ ਇਹਨਾਂ ਦੀ ਬ੍ਰੇਨ ਵਾਸ਼ਿੰਗ ਬ੍ਰੇਨ ਵਾਸ਼ ਦਾ ਮਤਲਬ ਹੀ ਇਸ ਲਈ ਕੀਤੀ ਜਾਂਦੀ ਕਿ ਇਦਾਂ ਦੇ ਥਾਟ ਆ ਨਹੀਂ ਨਾ, ਇਦਾਂ ਦੇ ਥਾਟ ਆਣੇ ਸ਼ੁਰੂ ਹੋ ਗਏ ਤੇ ਇਹਨਾਂ ਦੀ ਇੰਡਸਟਰੀ ਫੇਲ ਹੋ ਜਾਣੀ ਹੈ। ਇੰਡਸਟਰੀ ਕਿੱਦਾਂ ਚੱਲੇਗੀ? ਹਮ ਮਤਲਬ ਇਹਨਾਂ ਦਾ ਮਾਈਂਡ ਸੈਟ ਇਹ ਕਰ ਦਿੱਤਾ ਜਾਂਦਾ ਹੈ ਕਿ ਦਿਸ ਇਜ਼ ਲਾਈਫ। ਹਾਂ, ਉਹਨਾਂ ਲਈ ਇੱਕ ਐਡਵੈਂਚਰ ਉਹਨਾਂ ਨੂੰ ਉਹਨਾਂ ਦੇ ਮਾਈਂਡ ਵਿੱਚ ਹੀ ਬਾਈ ਡਿਫਾਲਟ ਬਿਠਾ ਦਿੱਤਾ ਜਾਂਦਾ ਹੈ ਕਿ ਇਹੀ ਹੈ ਬਸ। ਸੋ ਹੁਣ ਇਹ ਆਪਾਂ ਲਾਸਟ ਪੁਆਇੰਟਸ ਤੇ ਆਉਨੇ ਆ ਕਿ ਸਾਰੇ ਲੋਕ ਇਸ ਸਮੱਸਿਆ ਨੂੰ ਫੇਸ ਕਰ ਰਹੇ ਨੇ, ਕਿਉਂਕਿ ਹਰ ਇੱਕ ਬੰਦੇ ਦੀ ਲਾਈਫ ਹੈ, ਕਿਸੇ ਨੂੰ ਵੀ ਕੋਈ ਥ੍ਰੈਟਨਿੰਗ ਕਾਲ ਆ ਸਕਦੀ ਹੈ, ਹਰ ਬੰਦਾ ਰਿਸਕ ਤੇ ਹੈ। ਜੇ ਤੁਸੀਂ ਬਿਜ਼ਨਸਮੈਨ ਹੋ ਜਾਂ ਅੱਛੀ ਤਰੱਕੀ ਕਰ ਰਹੇ ਹੋ, ਪ੍ਰੋਫੈਸ਼ਨਲ ਹੋ, ਤਾਂ ਤੁਸੀਂ ਕਿਸੇ ਦੇ ਵੀ ਟਾਰਗੇਟ ਤੇ ਹੋ ਸਕਦੇ ਹੋ, ਕਿਤੋਂ ਵੀ ਕਾਲ ਆ ਸਕਦਾ ਹੈ, ਤੁਹਾਨੂੰ ਪੈਸੇ ਵਾਸਤੇ ਆ ਸਕਦਾ ਹੈ, ਕੁਝ ਧਮਕੀ ਭਰੇ ਕਾਲ ਆ ਸਕਦੇ ਨੇ, ਐਨੀਥਿੰਗ ਕੈਨ ਹੈਪਨ। ਸੋ ਇਹ ਸਾਰੀ ਸਮੱਸਿਆ ਹੈ ਜੋ ਸਮਾਜ ਨੂੰ ਇੱਕ ਤਰ੍ਹਾਂ ਨਾਲ ਖਾ ਰਹੀ ਹੈ। ਹੁਣ ਇਸ ਸਮੱਸਿਆ ਤੋਂ ਸਮਾਜ ਨੂੰ ਕਿੱਦਾਂ ਬਾਹਰ ਕੱਢਿਆ ਜਾਵੇ ਔਰ ਕਿੱਦਾਂ ਉਹ ਕਲਾਸ ਇਸ ਨੂੰ ਬੜਾਵਾ ਦਿੰਦੀ ਹੈ ਆਪਣੇ ਪ੍ਰੋਫਿਟਸ ਵਾਸਤੇ, ਆਪਣੇ ਫਾਇਦਿਆਂ ਵਾਸਤੇ, ਉਸ ਕਲਾਸ ਤੋਂ ਕਿੱਦਾਂ ਇਸ ਚੀਜ਼ ਨੂੰ ਬਾਹਰ ਕੱਢਿਆ ਜਾਵੇ ਔਰ ਉਹਨਾਂ ਤੱਕ ਇਹ ਮੈਸੇਜ ਪਹੁੰਚਾਇਆ ਜਾਵੇ ਜਿਹੜਾ ਆਪਾਂ ਆਮ ਤੌਰ ਤੇ ਕਹਿੰਦੇ ਆ ਕਿ ਰੱਬ ਦਾ ਵਾਸਤਾ, ਲੋਕਾਂ ਨੂੰ ਜੀ ਲੈਣ ਦਿਓ। ਨੰਬਰ 1, ਸਾਨੂੰ ਇੱਕ ਬੜਾ ਹੀ ਸਟਰੋਂਗ ਪਬਲਿਕ ਓਪੀਨੀਅਨ ਕ੍ਰੀਏਟ ਕਰਨਾ ਪੈਣਾ ਹੈ ਅਗੇਂਸਟ ਦੀ ਪੋਲੀਟੀਸ਼ੀਅਨ ਜਿਹੜੇ ਇਹ ਸਭ ਚੀਜ਼ਾਂ ਨੂੰ बढ़ावा ਦਿੰਦੇ। ਉਹਨਾਂ ਨੂੰ ਓਪਨਲੀ ਕ੍ਰਿਟਿਸਾਈਜ਼ ਕਰਨਾ ਚਾਹੀਦਾ, ਨਕਾਰਨਾ ਚਾਹੀਦਾ। ਨੰਬਰ 2, ਸਾਨੂੰ ਨੈਰੇਟਿਵਸ ਬਿਲਡ ਕਰਨੇ ਚਾਹੀਦੇ ਹੈ, ਖਾਸ ਕਰ ਆਉਣ ਵਾਲੀ ਯੂਥ ਲਈ, ਕਿ ਇਹ ਜਿਹੜਾ ਕਲਚਰ ਹੈ ਜਾਂ ਜਿਹੜਾ ਗਲੈਮਰ ਹੈ ਇਹ ਇੱਕ ਖੋਖਲਾ ਹੈ, ਇਹਦੀ ਸ਼ੈਲਫ ਲਾਈਫ ਬਹੁਤ ਛੋਟੀ ਹੈ, ਠੀਕ ਹੈ, ਇਟ ਹੈਜ਼ ਗॉट ਨਥਿੰਗ, ਠੀਕ ਹੈ। ਇਹ ਵਾਇਲੈਂਟ ਤੋਂ ਸਾਨੂੰ ਦੂਰ ਰਹਿਣਾ ਪਏਗਾ, ਸਾਨੂੰ ਸਟਰੋਂਗ ਬੜੀ ਮਿਹਨਤ ਕਰਨੀ ਪਏਗੀ ਜਿਸ ਜਗ੍ਹਾ ਤੇ ਅਸੀਂ ਪਹੁੰਚ ਚੁੱਕੇ ਹਾਂ ਜੀ, ਜਿਸ ਹੱਦ ਤੱਕ। ਔਰ ਜਿਹੜੇ ਸਾਡੇ ਨੰਬਰ 3, ਜਿਹੜੇ ਸਾਡੇ ਕਮਰਸ਼ੀਅਲ ਐਸਪੈਕਟਸ, ਜਿਹੜਾ ਮਤਲਬ ਮਟੀਰੀਅਲਿਜ਼ਮ ਵੱਲ ਜਿਹੜਾ ਅਸੀਂ ਤੁਰ ਗਏ ਹਾਂ, ਠੀਕ ਹੈ, ਉੱਥੇ ਸਾਨੂੰ ਸੋਚ ਵਿਚਾਰ, ਦੇਖੋ ਇਹ ਇੱਕ ਬੰਦੇ ਦੇ ਇਹਦੇ ਵਿੱਚ ਨਾ ਸਿਵਲ ਸੁਸਾਇਟੀ ਦੀ ਵੀ ਪਾਰਟਿਸਿਪੇਸ਼ਨ ਦੀ ਲੋੜ ਹੈ, ਮੀਡੀਆ ਨੂੰ ਵੀ ਆਪਣਾ ਰੋਲ ਚੇਂਜ ਕਰਨਾ ਪੈਣਾ ਹੈ ਜੀ, ਸਭ ਨੂੰ ਆਪਣਾ ਆਪਣਾ ਸਵਾਰਥ ਛੱਡਣਾ ਪੈਣਾ ਹੈ। ਔਰ ਕਿਉਂਕਿ ਦੇਖੋ ਅੱਜ ਕਿਸੇ ਦੇ ਬੱਚੇ ਦੀ ਵਾਰੀ ਹੈ, ਕੱਲ ਨੂੰ ਮੇਰੇ ਬੱਚੇ ਦੀ ਵਾਰੀ ਆ ਸਕਦੀ ਹੈ, ਹਾਂਜੀ, ਜਾਂ ਮੇਰੀ ਆਪਣੀ ਵਾਰੀ ਆ ਸਕਦੀ ਹੈ। ਜੀ, ਤੇ ਸਾਨੂੰ ਜੇ ਤੁਸੀਂ ਕਹੋ ਕਿ ਮੈਂ ਹੁਣ ਹੀ ਸਾਰੇ ਤੁਹਾਨੂੰ ਸੋਲੂਸ਼ਨ ਦੱਸ ਦੇਵਾਂ, ਨਹੀਂ, ਇਹ ਮਿਲ ਜੁਲ ਕੇ ਹੋਣਾ, ਲੇਕਿਨ ਜੇ ਅਸੀਂ ਕਹੀਏ ਕਿ ਇਹ ਪ੍ਰੋਬਲਮ ਸੋਲਵ ਹੀ ਨਹੀਂ ਹੋ ਸਕਦੀ ਤੇ ਮੈਂ ਇਸ ਨਹੀਂ ਮੰਨਦੀ। ਮੈਨੂੰ ਲੱਗਦਾ ਹੈ ਪ੍ਰੋਬਲਮ ਰਾਤੋਂ ਰਾਤ ਸੋਲਵ ਹੋ ਸਕਦੀ ਹੈ ਅਗਰ ਸਟਰੋਂਗ ਵਿਲ ਹੋਵੇ ਪੋਲੀਟੀਸ਼ੀਅਨਸ ਦੀ, ਠੀਕ ਹੈ, ਪੁਲਿਸ ਦੀ, ਔਰ ਇੱਕ ਜਰਨਲ ਸਿਵਲ ਸੁਸਾਇਟੀ। ਰਾਈਟ ਮੈਮ, ਕੋਈ ਖਾਸ ਪੁਆਇੰਟ ਜੋ ਤੁਸੀਂ ਆਪਣੇ ਵੱਲੋਂ ਕਹਿਣਾ ਚਾਹੁੰਦੇ ਹੋ? ਕਿਉਂਕਿ ਮੈਂ ਜੋ ਪੁੱਛਣਾ ਸੀ ਤੁਹਾਨੂੰ ਮੈਂ ਪੁੱਛ ਚੁੱਕਾ, ਤੁਸੀਂ ਆਪਣੇ ਵੱਲੋਂ ਕੁਝ ਐਕਸਪਲੇਨ ਕਰਨਾ ਚਾਹੋ, ਯੂ ਵੈਲਕਮ। ਮੈਂ ਸਿਰਫ ਇਹੀ ਕਹਿਣਾ ਚਾਹੂੰਗੀ ਕਿ ਸਾਨੂੰ ਰਿਲੀਜੀਅਨ ਦੀ ਬਹੁਤ ਜ਼ਿਆਦਾ ਲੋੜ ਹੈ, ਬਹੁਤ ਜ਼ਿਆਦਾ ਲੋੜ ਹੈ, ਕੱਟੜਤਾ ਦੀ ਨਹੀਂ, ਅੰਡਰਸਟੈਂਡਿੰਗ ਦੀ ਲੋੜ ਹੈ। ਜੋ ਸਾਨੂੰ ਸਾਡੇ ਗੁਰੂ ਸਾਹਿਬਾਨ ਦੱਸ ਗਏ ਨੇ, ਸਾਨੂੰ ਮੁੜ ਕੇ ਉਹਨੂੰ ਅੰਡਰਸਟੈਂਡ ਕਰਨਾ ਪੈਣਾ ਹੈ, ਉਹਨੂੰ ਸਮਝਣ ਦੀ ਲੋੜ ਹੈ ਔਰ ਉਹਨਾਂ ਦੇ ਦਿਖਾਏ ਹੋਏ ਰਸਤੇ ਤੇ ਚੱਲਣ ਦੀ ਲੋੜ ਹੈ। ਇਟ ਇਜ਼ ਵੈਰੀ ਵੈਰੀ ਇੰਪੋਰਟੈਂਟ। ਜਿਹੜਾ ਸਾਡਾ ਪੁਰਾਣਾ ਕਲਚਰ ਹੁੰਦਾ ਸੀ, 2 ਟਾਈਮ ਬੱਚੇ ਨੂੰ ਗੁਰਦੁਆਰੇ ਲੈ ਕੇ ਜਾਣਾ, ਮੈਂ ਇਹ ਨਹੀਂ ਕਹਿੰਦੀ ਕਿ ਗੁਰਦੁਆਰੇ ਜਾਣ ਨਾਲ ਜਾਂ ਮੰਦਿਰ ਜਾਣ ਨਾਲ ਸਾਰਾ ਕੁਝ ਠੀਕ ਹੋ ਜਾਏਗਾ, ਆਈ ਡੋਂਟ ਸੇ ਦਿਸ, ਲੇਕਿਨ ਇਹਦੀ ਵੀ ਨੀਂਹ ਪਾਣੀ ਬਹੁਤ ਹੀ ਜ਼ਰੂਰੀ ਹੈ। ਆਫ ਕੋਰਸ ਇੱਕ ਜਿਹੜਾ ਸਕਿੱਲ ਹੈ ਨਾ, ਜਿਹੜਾ ਟੈਲੈਂਟ ਹੈ, ਉਹ ਹਰ ਬੱਚੇ ਨੂੰ ਕੋਈ ਨਾ ਕੋਈ ਸਕਿੱਲ ਦਿਓ ਤਾਂ ਕਿ ਉਹ ਕਿਸੇ ਤਰ੍ਹਾਂ ਮਤਲਬ ਐਮਪਲੋਇਬਿਲਿਟੀ ਵੱਲ ਜ਼ਰੂਰ ਜਾਵੇ। ਰਾਈਟ ਮੈਮ, ਸੋ ਥੈਂਕ ਯੂ ਸੋ ਮਚ ਕਿ ਤੁਸੀਂ ਸਾਨੂੰ ਟਾਈਮ ਦਿੱਤਾ ਔਰ ਇਸ ਮੁੱਦੇ ਦੇ ਉੱਤੇ ਗੱਲਬਾਤ ਕੀਤੀ। ਮਿਸਿਸ ਆਸ਼ਿਮਾ ਸਾਹਨੀ ਜੀ, ਤੁਹਾਡਾ ਬਹੁਤ-ਬਹੁਤ ਸ਼ੁਕਰੀਆ। ਔਰ ਇਹ ਸਾਡੇ ਪੋਲੀਟੀਕਲ ਐਨਾਲਿਸਟ ਜੋ ਤੁਹਾਡੇ ਨਾਲ ਗੱਲਬਾਤ ਕਰ ਰਹੇ ਸੀ, ਮੈਂ ਆਪਣੇ ਦਰਸ਼ਕਾਂ ਨੂੰ ਇਹ ਵੀ ਕਹਿਣਾ ਚਾਹਾਂਗਾ ਕਿ ਤੁਸੀਂ ਵੀ ਆਪਣੇ ਵਿਚਾਰ ਸਾਨੂੰ ਇਨਬਾਕਸ ਕਰ ਸਕਦੇ ਹੋ ਔਰ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰੋ ਤੇ ਹਮੇਸ਼ਾ ਦੇਖਦੇ ਰਹੋ ਪੰਜਾਬ ਮੇਲ USA TV। ਤੁਹਾਡਾ ਸਾਰਿਆਂ ਦਾ ਵੀ ਬਹੁਤ-ਬਹੁਤ ਸ਼ੁਕਰੀਆ।